Well, good morning and a very warm welcome to our Sunday morning service at the Asian Christian Fellowship. I hope that you all are well and good to have you wherever you are watching us from. You know, isn't it great when a phone call or a text message arrives from someone just to say that I was thinking of you? It quickly banishes our sense of being alone, that we are not alone. The psalmist had a beautiful sense of God's personal care when he wrote these words in Psalm 139 and verse 17 and 18. How precious also are your thoughts of me, O God. How great is the sum of them. If I should count them, they would be more in number than the sand. When I wake, I am still with you. These words, when I wake, we don't know David's circumstances. He may only had few hours sleep, or he may had enjoyed a sound and peaceful sleep. Regardless, we know that David was overwhelmed by the knowledge that God was thinking of him. Even while he slept, God has so many thoughts of him that he cannot count them all. And God's thought of him are precious. He is glad that he is always in the mind of God. When I sleep, he says, I am in my forgetful state of God. But when I wake from my sleep, I find the same thing still. I am still with you throughout the day. You never sleep, you never slumber, and you never forget me. You're always around me and close to me. So as we are going through these unusual times, my friend, and perhaps feeling discouraged, or maybe at times you feel alone, remember that God, who has sent his Son, the Lord Jesus Christ, to die for your sins, is thinking of you and saying, I love you, that my thoughts of you are of peace and not of evil, to give you hope and a future. Good morning, JMCD. ਤੁਹਾਡਾ ਸਾਰਿਆਂ ਦਾ ਏਸ਼ੀਅਨ ਕ੍ਰਿਸਚੀਅਨ ਫੈਲੋਸ਼ਿਪ ਆਫ ਵੋਵਰਹੈਂਪਟਨ ਦੇ ਵੱਲੋਂ ਇਸ ਸੁਬਾਹ ਦੀ ਸੰਗਤ ਵਿੱਚ ਸਵਾਗਤ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਹੋ। ਤੁਸੀਂ ਜਾਣਦੇ ਆ ਕਿ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਕਿਸੇ ਦਾ ਟੈਲੀਫੋਨ ਜਾਂ ਟੈਕਸ ਆਉਂਦਾ ਹੈ ਸਿਰਫ ਇਹ ਕਹਿਣ ਦੇ ਲਈ ਕਿ ਮੈਂ ਤੁਹਾਡੇ ਬਾਰੇ ਜਾਂ ਤੇਰੇ ਬਾਰੇ ਸੋਚਦਾ ਸੀ। ਇਹ ਇਕੱਲੇ ਹੋਣ ਦੀ ਸਾਡੀ ਭਾਵਨਾ ਨੂੰ ਜਲਦੀ ਖਤਮ ਕਰ ਦਿੰਦਾ ਹੈ ਕਿ ਅਸੀਂ ਇਕੱਲੇ ਨਹੀਂ ਹੈ, ਸਾਡੇ ਨਾਲ ਹੋਰ ਵੀ ਹਨ। ਵੈਲ ਇੱਥੇ ਦੇਖਦੇ ਹਾਂ ਬਾਈਬਲ ਦੇ ਵਿੱਚ ਜ਼ਬੂਰ ਲਿਖਣ ਵਾਲੇ ਕੋਲ ਰੱਬ ਦੀ ਇਹ ਸੁੰਦਰ ਭਾਵਨਾ ਸੀ। ਜਦੋਂ ਉਸਨੇ ਜ਼ਬੂਰ 139 ਲਿਖਿਆ, ਉਹਦੀ 17ਵੀਂ ਤੇ 18ਵੀਂ ਆਇਤ, ਹੇ ਪਰਮੇਸ਼ਵਰ, ਤੇਰੇ ਵਿਚਾਰ ਮੇਰੇ ਲਈ ਕਿੱਡੇ ਬਹੁਮੁੱਲੇ ਹਨ, ਉਹਨਾਂ ਦਾ ਜੋੜ ਕਿੱਡਾ ਵੱਡਾ ਹੈ। ਜੇ ਮੈਂ ਉਹਨਾਂ ਨੂੰ ਗਿਣਾ, ਉਹ ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ। ਜਦ ਮੈਂ ਜਾਗ ਉੱਠਦਾ ਹਾਂ, ਮੈਂ ਤੇਰੇ ਨਾਲ ਹੁੰਦਾ ਹਾਂ। ਜਦ ਮੈਂ ਜਾਗ ਉੱਠਦਾ, ਇਹ ਸ਼ਬਦ ਬੜੇ ਅੱਛੇ ਸ਼ਬਦ ਹਨ। ਸਾਨੂੰ ਪਤਾ ਨਹੀਂ ਕਿ ਦਾਊਦ ਦੇ ਕੀ ਹਾਲਾਤ ਸਨ, ਕਿ ਉਹ ਰਾਤ ਨੂੰ ਕਿੰਨਾ ਕੁ ਸੌਂਦਾ ਸੀ ਜਾਂ ਉਹ ਪੂਰੀ ਰਾਤ ਸ਼ਾਂਤੀ ਵਿੱਚ ਸੌਂਦਾ ਸੀ, ਪਰ ਉਹ ਇਸ ਗਿਆਨ ਵਿੱਚ ਹੈਰਾਨ ਸੀ ਕਿ ਪਰਮੇਸ਼ਵਰ ਉਹਦੇ ਬਾਰੇ ਹਮੇਸ਼ਾ ਸੋਚਦਾ ਹੈ। ਭਾਵੇਂ ਉਹ ਸੁੱਤਾ ਵੀ ਸੀ, ਫਿਰ ਵੀ ਪਰਮੇਸ਼ਵਰ ਉਹਦੇ ਬਾਰੇ ਸੋਚਦਾ ਸੀ। ਪਰ ਉਹ ਇਸ ਗਿਆਨ ਦੇ ਵਿੱਚ ਬੜਾ ਹੈਰਾਨ ਸੀ। ਪਰਮੇਸ਼ਵਰ ਦੇ ਕੋਲ ਉਹਦੇ ਵਾਸਤੇ ਅਣਗਿਣਤ ਸੋਚਾਂ ਹਨ ਅਤੇ ਪਰਮੇਸ਼ਵਰ ਦੀਆਂ ਉਹਦੇ ਬਾਰੇ ਸੋਚਾਂ ਬਹੁਮੁੱਲੀਆਂ ਹਨ, ਪ੍ਰੈਸ਼ੀਅਸ ਥੋਟਸ। ਉਹ ਕਹਿੰਦਾ ਹੈ ਕਿ ਭਾਵੇਂ ਮੈਂ ਆਪਣੀ ਨੀਂਦ ਵਿੱਚ ਰੱਬ ਨੂੰ ਭੁੱਲ ਜਾਵਾਂ, ਪਰ ਰੱਬ ਮੈਨੂੰ ਕਦੀ ਨਹੀਂ ਭੁੱਲਦਾ। ਉਹ ਹਮੇਸ਼ਾ ਮੇਰੇ ਆਲੇ ਦੁਆਲੇ ਹੈ, ਉਹ ਕਦੀ ਨਹੀਂ ਸੌਂਦਾ। ਅੱਜ ਜਦ ਮੈਂ ਆਪਣੀ ਨੀਂਦ ਤੋਂ ਉੱਠਦਾ ਹਾਂ ਤਾਂ ਉਹ ਫਿਰ ਵੀ ਦੂਸਰੇ ਦਿਨ ਮੇਰੇ ਨਾਲ ਸਾਰਾ ਦਿਨ ਹੁੰਦਾ ਹੈ। ਸੋ ਜਦੋਂ ਅਸੀਂ ਇਸ ਅਜੀਬ ਸਮੇਂ ਵਿੱਚ ਗੁਜ਼ਰ ਰਹੇ ਹਾਂ ਅਜ਼ੀਜ਼ੋ, ਹੋ ਸਕਦਾ ਹੈ ਕਿ ਤੁਸੀਂ ਨਿਰਾਸ਼ ਹੋ ਜਾਂ ਤੁਸੀਂ ਆਪਣੇ ਆਪ ਵਿੱਚ ਇਕੱਲੇ ਮਹਿਸੂਸ ਕਰ ਰਹੇ ਹੋ। ਯਾਦ ਰੱਖਣਾ ਕਿ ਪਰਮੇਸ਼ਵਰ ਜਿਸ ਨੇ ਆਪਣੇ ਪੁੱਤਰ ਖੁਦਾਵੰਦ ਯਿਸੂ ਮਸੀਹ ਨੂੰ ਸਾਡੇ ਪਾਪਾਂ ਦੇ ਵਾਸਤੇ ਮਰਨ ਲਈ ਭੇਜਿਆ, ਉਹ ਤੁਹਾਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਕਿ ਮੈਂ ਤੁਹਾਡੇ ਨਾਲ ਹਾਂ, ਕਿ ਮੇਰੀਆਂ ਸੋਚਾਂ ਤੁਹਾਡੇ ਲਈ ਸ਼ਾਂਤੀ ਦੀਆਂ ਹਨ, ਬੁਰਾਈ ਦੀਆਂ ਨਹੀਂ, ਵੀ ਮੈਂ ਤੁਹਾਨੂੰ ਛੇਕਣ ਨੂੰ ਆਸ ਦਵਾਵਾਂ। ਇਹ ਸਾਡਾ ਪਰਮੇਸ਼ਵਰ ਆਸਾਂ ਦਾ ਪਰਮੇਸ਼ਵਰ ਆ, ਜੋ ਸਾਡੇ ਬਾਰੇ ਨਿੱਤ ਸੋਚਦਾ ਹੈ। ਆਓ ਅਸੀਂ ਪ੍ਰਾਰਥਨਾ ਕਰੀਏ। हे ਸੱਚੇ ਪਰਮੇਸ਼ਵਰ, ਤੇਰਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਸਾਡੇ ਬਾਰੇ ਸੋਚਦਾ ਹੈ, ਤੂੰ ਸਾਨੂੰ ਆਪਣੀ ਨਿਗਾਹ ਵਿੱਚ ਰੱਖਦਾ ਹੈ। ਤੈਨੂੰ ਅਸੀਂ ਮੱਥਾ ਟੇਕਦੇ ਹਾਂ ਸੁਬਾਹ ਦੀ ਇਸ ਸੰਗਤ ਦੇ ਵਿੱਚ,
ਤੇਰਾ ਧੰਨਵਾਦ ਕਰਦੇ ਹਾਂ ਕਿ ਤੂੰ ਦੂਰ ਦਾ ਪਰਮੇਸ਼ਵਰ ਨਹੀਂ, ਤੂੰ ਨੇੜੇ ਦਾ ਪਰਮੇਸ਼ਵਰ ਹੈ। ਔਰ ਅੱਜ ਅਸੀਂ ਇਸ ਮੀਟਿੰਗ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ। ਜਿੰਨੇ ਵੀ ਮੇਰੇ ਭੈਣ ਭਾਈ, ਬੱਚੇ, ਬਜ਼ੁਰਗ ਸੁਣਦੇ ਆ ਪਿਤਾ ਜੀ ਇਸ ਪ੍ਰੋਗਰਾਮ ਨੂੰ, ਦੇਖਦੇ ਪ੍ਰੋਗਰਾਮ ਨੂੰ, ਪ੍ਰਭੂ ਉਹਨਾਂ ਦੇ ਸਾਥ ਹੋ ਕੇ ਉਹਨਾਂ ਨੂੰ ਮਦਦ ਤੇ ਸਹਾਇਤਾ ਦੇਣੀ। ਉਹਨਾਂ ਨੂੰ ਵੀ ਅਹਿਸਾਸ ਹੋਵੇ ਕਿ ਤੁਸੀਂ ਉਹਨਾਂ ਦੇ ਨਾਲ ਹੋ, ਜਿਵੇਂ ਤੁਸੀਂ ਅੱਜ ਸਾਡੇ ਨਾਲ ਇਸ ਸੰਗਤ ਵਿੱਚ ਹੋ। ਤੁਹਾਨੂੰ ਅਸੀਂ ਧੰਨਵਾਦ ਦੀ ਪੇਂਚ ਲਾਉਂਦੇ ਹਾਂ। ਸਾਡੀ ਇਹ ਪ੍ਰਾਰਥਨਾ ਸੱਚੇ ਪਰਮੇਸ਼ਵਰ ਕਿ ਤੁਸੀਂ ਅੱਜ ਬੜੀ ਬਰਕਤ ਦੇਣੀ, ਜੋ ਤੇਰਾ ਵਚਨ ਸੁਣਾਇਆ ਜਾਵੇ, ਸੁਣਾਉਣ ਵਾਲਿਆਂ ਨੂੰ ਬਰਕਤ ਦੇਣੀ, ਸੁਣਨ ਵਾਲਿਆਂ ਨੂੰ ਬਰਕਤ ਦੇਣੀ। ਪ੍ਰਭੂ ਜੀ ਲੋੜ ਇਸ ਤੇ ਧੰਨਵਾਦ ਕਰਦੇ ਹਾਂ ਕਿ ਤੇਰੀਆਂ ਸੋਚਾਂ ਸਾਡੇ ਵਾਸਤੇ ਬਹੁਮੱਲੀਆਂ ਹਨ, ਸਾਡੇ ਬਾਰੇ ਸੋਹਣੀਆਂ ਹਨ, ਸ਼ਾਂਤੀ ਦੀਆਂ ਹਨ। ਪਿਤਾ ਜੀ ਇਸ ਬਹੁਤ ਹੀ ਅਜੀਬ ਸ਼ਬਦਾਂ ਦੇ ਵਾਸਤੇ ਤੇਰਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਮੀਟਿੰਗ ਦੇ ਵਿੱਚ, ਯਿਸੂ ਮਸੀਹ ਦੇ ਨਾਮ ਵਿੱਚ, ਆਮੇਨ। Good morning to all of you, and greetings to you in the name of our Lord and Saviour Jesus Christ. The song this morning is "What a Friend We Have in Jesus, All Our Sins and Griefs to Bear." What a friend we have in Jesus, all our sins and griefs to bear. What a privilege to carry everything to God in prayer. Oh, what peace we often forfeit. Oh, what needless pain we bear. All because we do not carry everything to God in prayer. Have we trials and temptations? Is there trouble anywhere? We should never be discouraged. Take it to the Lord in prayer. Can we find a friend so faithful, who will all our sorrows share? Jesus knows our every weakness. Take it to the Lord in prayer. Are we weak and heavy laden, burdened with a load of care? Jesus only is our refuge. Take it to the Lord in prayer. Do your friends despise, forsake you? Take it to the Lord in prayer. In His arms He'll take and shield you. You will find His comfort there. What a friend we have in Jesus, all our sins and griefs to bear. What a privilege to carry everything to God in prayer. Oh, what peace we often forfeit. Oh, what needless pain we bear. Oh, because we do not carry everything to God in prayer. The second song that I'd like to do is Lord, I come, I confess, bowing here, I find my rest. Lord, I come, I confess, bowing here, I find my rest. Without you, I fall
more. Where grace is found is where you are, and where you are, Lord, I am free. Holiness is Christ in me. Oh Lord, I need you. Oh, I need you. Every hour I need you. My one defense, oh my righteousness. Oh God, how I need you. Teach my song to rise to you when temptation comes my way, and when I cannot stand, I'll fall on you. Jesus, you're my hope and stay. Teach my song to rise to you when temptation comes my way, and when I cannot stand, I'll fall on you. Jesus, you're my hope and stay. Lord, I need you. Oh, I need you. Every hour I need you. My one defense, oh my righteousness. Oh God, how I need you. Lord, I need you. Oh, I need you. Every hour I need you. My one defense, oh my righteousness. Oh God, how I need you. सबने जय मसीह की ये गीत है। मैं सबर दे नाल आस रख के मसीहा दी करता सा इंतजारी। मैं सबर दे नाल आस रख के मसीहा दी करता सा इंतजारी। मैं सबर दे नाल आस रख के मसीहा दी करता सा इंतजारी। तारो उसने मेरे पे तरस खा के सुनी मेरी सारी सारी। तारो उसने मेरे पे तरस खा के सुनी
ਸਾਡਾ ਦੂਜਾ ਗੀਤ ਹੈ ਆਪੇ ਉੱਪਰੋਂ ਹੱਥ ਵਧਾ ਕੇ ਮੈਨੂੰ ਰੱਬ ਬਚਾਵੇਗਾ। आपे उपरों हाथ बता के मैनू रब बचावेगा। आपे उपरों हाथ बता के मैनू रब बचावेगा। ओह डूंगे पानी विचों मैनू खींचल जावेगा। ओह डूंगे पानी विचों मैनू खींचल जावेगा। आपे उपरों
boys and girls, nice to have you with us this morning. Today we're talking about the beginning of sin. God gave Adam and Eve a beautiful garden to live in. It had beautiful trees, it had flowers, lots of animals. It was really nice. And he said, you can eat of all the trees in the garden. But there's one tree you can't eat of, and that's the tree of the knowledge of good and evil. Because if you eat of that tree, you will die. Adam and Eve enjoyed living in this beautiful garden. It was really nice. And they met with God and they talked to him. It was great. But one day, when Eve was in the garden, she saw the snake. And the snake was Satan. And he said to her, did God say you can't eat of any tree here in the garden? And Eve said, no, we can eat of all the trees in the garden. Only one tree we can't eat of, the tree of the knowledge of good and evil. And he said, you won't die if you eat of that tree. You'll be just like God instead. You will know good and evil just like God knows it. And Eve looked at the fruit of that tree. It looked so nice. It looked desirable. She thought, be like God. That's great. That's wonderful. And she took the apple off the tree and she ate it. Then she gave it to her husband, Adam, and he also ate from the apple. And the two of them straight away felt different. Before they felt happy, they felt good, but now they felt ashamed. They looked at their bodies and they noticed they were naked, and they started taking some fig leaves and made them into clothes. And they didn't feel good about meeting God anymore. When they heard God in the garden, they hid away. And God said, where are you? And then they came and they met with God. And God said, what have you done? And they had to admit they had eaten of the tree that God told them not to eat from. And God punished them. And no longer were they allowed to live in the beautiful garden. They had to live outside of it and work hard for a living, hard to get their food. And also, they would die at the end of their life. They wouldn't live forever. They couldn't take from the fruit of the tree of life anymore that was in the garden. They were sent out. And from that time onwards, all human beings that were born in sin. And each one of us has been born with a tendency to sin. We do things that don't please God, do things that are against His word. And it's not nice to do things that God says we shouldn't do. It's good to obey God. It's good to listen to His word and to obey His commandments. One good thing is that God sent a Savior, and He promised it already to Adam and Eve. One day someone would come to deal with Satan. Jesus came to save us from our sins, and if we ask Him to forgive all our sins, He forgives us because He died for us on the cross. And boys and girls, we know that we can live forever with God in heaven if only we've asked Him to come into our lives and to forgive all our sins. But let's live lives that please God and truly obey His word. We're going to sing now, Oh, be careful, little tongue, what you say. Oh, be careful, little tongue, what you say. Oh, be careful, little tongue, what you say. For
For the Father up above is looking down in love. So be careful, little tongue, what you say. Oh, be careful, little eyes, what you see. Oh, be careful, little eyes, what you see. For the Father up above is looking down in love. So be careful, little eyes, what you see. Well, thank you very much, Gyan, for leading us in worship. And Sister Marcia, thank you for that children talk. Well, let me just give you some of these announcements. आज शाम ਨੂੰ 5 ਵਜੇ service ਹੋਏਗੀ, so there will be a service 5 o'clock in the evening, and do come. Those who have given their names, please do come. And can I just request that if you cannot come and you have given your name during the weekdays, please let us know so that if you can't come, we can get somebody else to take your place. And thank you for helping us in that. Well, during the weekdays, we ask that you will continue to pray with us on Wednesday as our regular prayer meeting at homes. And please pray for all the things that we normally pray for. And next Sunday morning, we will have our service again here at 11 o'clock, which will be streamed to you. And then 5 o'clock service in the evening. And so please continue to read your Bible and pray every day at home. And while some of these meetings are off because of the summer break, we ask that you will continue to have your meditation and your quiet time with the Lord Jesus Christ. So let us pray for the Word of God. And we will be also praying for those who are sick in our fellowship. And we'll ask and pray for the government, of course, and the NHS as well. So let us bow our heads and let us pray. Our Heavenly Father, we thank you, Father, for this time of worship. Thank you, Father, that we could enjoy that time of worship with you. Thank you, Father, that we can sing hymns from your words, Father. And Lord, we come to you in the name of Jesus and ask this morning that as the word is preached, Father, that you would be with each one of us and all the listeners. May you warm our hearts with your word and your presence, O Lord. We do pray, Father, in the name of Jesus, as we thank you, Father, for this day that we can come together and worship you and to be with each other. We also pray for those brothers and sisters who are ill in the midst of us in our congregation. We pray for them, though, that you would touch them and heal them and encourage them and strengthen them, Father. We also, Father, pray, Father, for, Lord, this government, Father, as we are coming out of lockdown. And we pray, Lord, as this thing is not finished yet, we pray, Father, for much wisdom and understanding for the government. And may you lead them and guide them. And we pray, Father, somehow that you will work in their hearts, that they may call upon you, Lord, and that you would lead them in the way they need to go. Father, we do also ask, Father, for all those doctors and nurses and those frontline workers, Father, that you may protect them and keep them safe, Father, as they look after the vulnerable and the sick, Father. We do pray, Father, for those who are sick, Father, that they may be healed and strengthened and that they may come back home, Father, those who are in hospitals. And, Father, we do pray also, Father, for those who have lost their loved one. Heavenly Father, may your peace and comfort be with them, Father. So, Lord, be close to them also this very hour, Father. We thank you and praise you, Father. As we put this meeting into your hand, we pray, Lord, that your name will be exalted and that we will be drawn closer to you because of your word this morning. We thank you and we praise you, Father, in Jesus' name. Amen. Good morning and Jai Masigi. Saran, good morning, Jai Masigi. And we're going to go straight into our Bible reading, which is taken from Mark chapter 2, verses 18 to 22. ਅਸੀਂ ਬਾਈਬਲ ਦੀ ਪੜ੍ਹਾਈ ਪੜਾਂਗੇ ਮਾਰਕਸ ਦੀ ਇੰਜੀਲ ਦੂਸਰਾ ਬਾਬ ਉਹਦੀ 18ਵੀਂ ਆਇਤ ਤੋਂ 22ਵੀਂ ਆਇਤ ਤੱਕ. And if you can follow this in your own Bibles. ਔਰ ਤੁਸੀਂ ਆਪਣੇ ਆਪਣੇ ਬਾਈਬਲਾਂ 'ਚ ਘਰਾਂ 'ਚ ਪੜ੍ਹਨਾ. The word of God says, "The disciples of John and of the Pharisees were fasting, and they came and said to him, 'Why do the disciples of John and the Pharisees fast, but your disciples do not fast?' And Jesus said to them, 'Can the friends of the bridegroom fast while the bridegroom is with them? As long as they have the bridegroom with them, they cannot fast. But the days will come when the bridegroom will be taken away from them, and then they will fast in those days. No one sews a piece of unstrung cloth on an old garment, or else the new piece pulls away from the old, and the tear is made worse. And no one puts new wine into old wineskins, or else the new wine bursts the wineskins, and the wine is spilled, and the wineskins are ruined. But new wine must be put into new wineskins.'"
That is the word of God. ਇਹ ਪਰਮੇਸ਼ਰ ਦਾ ਵਚਨ ਸੀ। Now, Mark, earlier on in the opening of this book, he tells us that Jesus Christ, the Son of God, is the good news. ਔਰ ਮਾਰਕਸ ਜਦੋਂ ਇਹ ਇੰਜੀਲ ਨੂੰ ਸ਼ੁਰੂ ਕਰਦਾ ਹੈ ਉਹ ਦੱਸਦਾ ਹੈ ਪਰਮੇਸ਼ਰ ਦਾ ਪੁੱਤਰ ਜਿਹੜਾ ਆ ਉਹ ਖੁਸ਼ੀ ਖਬਰ ਹੈ। Yet there is a group, the Jewish group, who are called the Pharisees, a religious group, who saw and read Jesus as bad news. ਔਰ ਇਹ ਜਿਹੜੇ ਇੱਕ ਲੋਕ ਸੀ ਜਿਹੜੇ ਫਰੀਸੀ ਜਿਹਨਾਂ ਨੂੰ ਕਿਹਾ ਜਾਂਦਾ ਇਹ ਧਰਮੀ ਲੋਕ ਸੀ ਇਹ ਪ੍ਰਭੂ ਯਿਸੂ ਮਸੀਹ ਨੂੰ ਦੇਖਦੇ ਜਿੱਦਾਂ ਉਹ ਇੱਕ ਬੁਰਾ ਇਨਸਾਨ ਹੈ। He didn't measure up to their expectation of the Messiah and they hated him. ਉਹ ਜੋ ਚਾਹੁੰਦੇ ਸੀ ਵੀ ਮਸੀਹ ਕਿੱਦਾਂ ਦਾ ਹੋਣਾ ਚਾਹੀਦਾ ਉੱਦਾਂ ਦਾ ਨਹੀਂ ਸੀ ਕਰਕੇ ਉਹਨਾਂ ਨੂੰ ਮਿਲਦਾ ਤੇ ਉਹ ਉਹਨੂੰ ਪਸੰਦ ਨਹੀਂ ਸੀ ਕਰਦੇ। Now we've been going through the Gospel of Mark. ਅਸੀਂ ਮਰਕਸ ਦੀ ਇੰਜੀਲ ਦੇਖਦੇ ਆ ਰਹੇ ਹਾਂ। And we have been seeing how Jesus went about doing good. ਔਰ ਅਸੀਂ ਦੇਖਿਆ ਪ੍ਰਭੂ ਯਿਸੂ ਮਸੀਹ ਕਿੱਦਾਂ ਉਹ ਭਲਾ ਕਰਦਾ ਜਾਂਦਾ ਹੈ। He's been going around showing mercy. ਉਹ ਦਿਆਲਗੀ ਤੇ ਭਲਾਈ ਦਇਆ ਕਰਦਾ ਜਾਂਦਾ ਹੈ। He's been befriending the unlovable people and changing their lives. ਔਰ ਉਹਨਾਂ ਨੂੰ ਉਹ ਜਾ ਕੇ ਮਿਲਦਾ ਜਿਨ੍ਹਾਂ ਨੂੰ ਲੋਕੀ ਪਸੰਦ ਨਹੀਂ ਕਰਦੇ ਤੇ ਉਹਨਾਂ ਦੇ ਜੀਵਨ ਬਦਲਦਾ ਆ ਰਿਹਾ। But the Pharisees, they just missed the point. ਪਰ ਫਰੀਸੀ ਜਿਹੜੇ ਸੀ ਉਹ ਖੋ ਬੈਠੇ ਉਹਨੇ ਦੇਖਿਆ ਨਹੀਂ ਉਹ ਸਮਝੇ ਨਹੀਂ। And just like many other religions as well, they missed the point concerning the Lord Jesus Christ. ਜਿੱਦਾਂ ਬਾਕੀ ਸਾਰੇ ਬਹੁਤ ਸਾਰੇ ਧਰਮ ਆ ਜਿਹੜੇ ਉਹ ਪ੍ਰਭੂ ਯਿਸੂ ਮਸੀਹ ਨੂੰ ਦੇਖਦੇ ਨਹੀਂ ਨਾ ਸਮਝਦੇ ਆ ਉਹ ਕਾਹਦੇ ਬਾਰੇ ਆ। You know, these Pharisees, they were determined to stick to the letter of the Torah, but they lost the spirit of the command. ਇਹ ਜਿਹੜੇ ਫਰੀਸੀ ਸੀ ਇਹ ਆਪਣਾ ਯਾਨੀ ਕਿ ਉਹਨਾਂ ਦਾ ਜਿਹੜਾ ਹੁਕਮ ਬਾਣੀ ਸੀ ਉਹਨਾਂ ਦੇ ਉੱਤੇ ਜ਼ੋਰ ਲਾਇਆ ਸੀ ਪਰ ਉਹ ਜਿਹੜਾ ਹੁਕਮ ਸੀ ਪ੍ਰਭੂ ਦਾ ਉਹਨੂੰ ਖੋ ਬੈਠੇ ਉਹ। They end up criticizing Jesus, they grumble and they complain. ਔਰ ਯਿਸੂ ਮਸੀਹ ਤੇ ਨੁਕਤਾਚੀਨੀ ਉੱਤੇ ਬੜਬੜਾਉਣ ਲੱਗੇ। In verse 16, when we looked last time, this is what they criticized. And when the scribes and the Pharisees saw him eating with the tax collectors and sinners, they said to his disciples, "How is it that he eats and drinks with tax collectors and sinners?" ਔਰ 16ਵੀਂ ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਬੜਬੜਾਉਂਦੇ ਉਹ ਜਿਹੜਾ ਉਹਨੇ ਦੇਖਿਆ ਯਿਸੂ ਫਰੀਸੀ ਤੇ ਸਦੂਕੀਆਂ ਨੇ ਦੇਖਿਆ ਵੀ ਯਿਸੂ ਮਸੀਹ ਇਹ ਪਾਪੀ ਤੇ ਮਸੂਲੀਆਂ ਨਾਲ ਬਹਿੰਦਾ ਤੇ ਖਾਂਦਾ ਉੱਠਦਾ ਬਹਿੰਦਾ ਖਾਂਦਾ ਪੀਂਦਾ ਉਹਦੇ ਚੇਲਿਆਂ ਨੂੰ ਪੁੱਛਣ ਲੱਗੇ ਇਹ ਕਿੱਦਾਂ ਇਹ ਵੀ ਤੁਹਾਡਾ ਗੁਰੂ ਇਹ ਪਾਪੀਆਂ ਨਾਲ ਬਹਿੰਦਾ। You see, they are sticking to the letter. What the Torah says, they're sticking to it. He shouldn't be doing that. ਸੋ ਉਹ ਜੋ ਉਹਨਾਂ ਦਾ ਧਰਮ ਗ੍ਰੰਥ ਟੋਰਾ ਆ ਉਹਦੇ ਤੇ ਉਹ ਪੂਰਾ ਉਹਨੇ ਜ਼ੋਰ ਲਾਇਆ ਹੋਇਆ। Yet Jesus had just done an amazing work in the life of Matthew Levi. He had been so gracious and merciful to him, and he changed his life, and they missed the point. ਯਿਸੂ ਮਸੀਹ ਦੇਖੋ ਇਹ ਜਿਹੜਾ ਸੀਗਾ ਲੇਵੀ ਜਿਹੜਾ ਸੀਗਾ ਮਸੂਲੀਆ ਜਿਹੜਾ ਸੀ ਉਹਦੀ ਜੀਵਨ ਦੇ ਵਿੱਚ ਉਹਨੇ ਇੱਕ ਵੱਡਾ ਕੰਮ ਕੀਤਾ ਉਹਨੂੰ ਬਚਾਇਆ ਉਹਦੇ ਤੇ ਦਇਆ ਕਿਰਪਾ ਕੀਤੀ ਤੇ ਇਹਨੇ ਦੇਖਿਆ ਨਹੀਂ। You know, the religion of the Pharisees can be described like 3 snakes in the Bible. ਇਹ ਫਰੀਸੀਆਂ ਦਾ ਜੋ ਧਰਮ ਆ ਇਹ 3 ਸੱਪਾਂ ਦਾ ਇਹ ਤਸਵੀਰ ਬਾਈਬਲ ਦੇ ਵਿੱਚੋਂ ਸਾਨੂੰ ਮਿਲਦੀ ਹੈ। Let me just explain what I mean. ਮੈਂ ਤੁਹਾਨੂੰ ਸਮਝਾਉਂਦਾ ਇਹਦਾ ਮਤਲਬ ਕੀ ਹੈ। You know, in the Old Testament book of Numbers, chapter 21, and you'll find it if you read it in verses 6 to 8, you'll read this. ਗਿਣਤੀ ਦੀ ਕਿਤਾਬ ਉਹਦਾ 1ਵੀਂ ਬਾਪ 4 ਤੋਂ 6ਵੀਂ ਆਇਤ ਜੇ ਪੜ੍ਹੋ ਤੁਹਾਨੂੰ ਮਿਲੂਗਾ ਇਹ। The children of Israel, they disobeyed God, and there were fiery serpents that were sent, and they were biting and killing the people. ਕੀ ਹੋਇਆ ਪਰਮੇਸ਼ਰ ਦੀ ਪਰਜਾ ਜਿਹੜੀ ਸੀ ਪਰਮੇਸ਼ਰ ਦੇ ਉਨੀ ਹੁਕਮ ਨੂੰ ਤੋੜਨ ਦੇ ਨਾਲ ਪਰਮੇਸ਼ਰ ਨੇ ਇਹ ਜ਼ਹਿਰੀਲੇ ਸੱਪ ਉਹਨਾਂ ਦੇ ਦਰਮਿਆਨ ਭੇਜੇ ਤੇ ਉਹਨਾਂ ਨੂੰ ਡੰਗ ਮਾਰਦੇ ਤੇ ਮਰ ਰਹੇ ਸੀ ਉਹ। In order to be spared, Moses was commanded to make a bronze serpent and put it on the pole, and whoever looked at that serpent would be saved. ਕਿ ਤਾਂ ਉਹ ਬਚਾਏ ਜਾਣ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਵੀ ਤੂੰ ਇੱਕ ਪਿੱਤਲ ਦਾ ਸੱਪ ਬਣਾ ਕੇ ਉੱਚੇ ਟਾਂਗੇ ਦੇ ਉੱਤੇ ਟੰਗ ਉਹਨੂੰ ਤਾਂ ਕਿ ਜਿਹੜਾ ਵੀ ਕੋਈ ਉਹ ਪਿੱਤਲ ਦੇ ਸੱਪ ਨੂੰ ਦੇਖੂਗਾ ਉਹ ਬਚਾਇਆ ਜਾਵੇਗਾ। That was a good snake. ਇਹ ਇੱਕ ਚੰਗਾ ਸੱਪ ਸੀ। In time, we get to 2 Kings chapter 18 and verse 4. ਔਰ ਜਦੋਂ ਸਮਾਂ ਅੱਗੇ ਨੂੰ ਵੱਧਦਾ ਦੂਸਰਾ ਰਾਜਿਆਂ 18 ਬਾਪ ਉਹਦੀ 4 ਆਇਤ ਦੇ ਵਿੱਚ That bronze serpent that Moses made now became an idol in the land. ਤੇ ਇਹ ਜਿਹੜਾ ਸੱਪ ਪਿੱਤਲ ਦਾ ਮੂਸਾ ਨੇ ਬਣਾਇਆ ਸੀ ਉਹ ਹੁਣ ਉਹਨਾਂ ਦੇ ਦਰਮਿਆਨ ਉਹ ਇੱਕ ਉਹਨਾਂ ਦਾ ਬੁੱਤ ਬਣ ਗਿਆ। And they even called it Nehushtan. ਉਹਦਾ ਨਾਮ ਵੀ ਰੱਖਤਾ ਨਿਹੁਸ਼ਟਨ। And it became a bad snake. ਉਹ ਬੁਰਾ ਸੱਪ ਬਣ ਗਿਆ। And then we go forward into the New Testament. ਫਿਰ ਅਸੀਂ ਅੱਗੇ ਨੂੰ ਵਧਦੇ ਨਵੇਂ ਅਧਿਆਇ ਦੇ ਵਿੱਚ The poison of the snake had spread.
ਇਹ ਜਿਹੜਾ ਸੱਪ ਦੀ ਜਿਹੜੀ ਜ਼ਹਿਰ ਸੀ ਇਹ ਬਹੁਤ ਫੈਲਰ ਗਈ। It's a poisonous snake. ਇਹ ਇੱਕ ਜ਼ਹਿਰੀਲਾ ਸੱਪ ਆ। And Jesus called the Pharisees in chapter 12, verse 34, serpents, brood of vipers. ਯਿਸੂ ਮਸੀਹ ਫਿਰ ਇਹ ਫਰੀਸੀਆਂ ਨੂੰ ਕਹਿੰਦਾ ਤੁਸੀਂ ਸੱਪਾਂ ਦੇ ਬੱਚੇ। He likened them to the snake. ਯਿਸੂ ਮਸੀਹ ਨੇ ਉਹਨਾਂ ਨੂੰ ਉਹ ਸੱਪਾਂ ਦੇ ਨਾਲ ਮਿਲਾਇਆ। The Pharisees started good. ਫਰੀਸੀ ਜਿਹੜੇ ਸੀ ਉਹਨਾਂ ਦੀ ਸ਼ੁਰੂਆਤ ਬੜੀ ਚੰਗੀ ਸੀ। Their religion looked good and it was saving. ਉਹਨਾਂ ਦਾ ਧਰਮ ਜਿਹੜਾ ਸੀ ਦੇਖਣ ਨੂੰ ਚੰਗਾ ਲੱਗਦਾ ਸੀ ਤੇ ਉਹਨਾਂ ਨੂੰ ਬਚਾ ਰਿਹਾ ਸੀ। And it became bad. ਪਰ ਉਹ ਹੌਲੀ ਹੌਲੀ ਬੁਰਾ ਹੋ ਗਿਆ ਉਹਨਾਂ ਦਾ। It had lost its focus on the Messiah, the Lord Jesus Christ. ਔਰ ਉਹਨਾਂ ਦਾ ਧਿਆਨ ਜਿਹੜਾ ਸੀ ਯਿਸੂ ਮਸੀਹ ਦੇ ਵੱਲ, ਮੁਕਤੀ ਦਾਤੇ ਵੱਲ ਹੋਣਾ ਚਾਹੀਦਾ, ਉਹ ਧਿਆਨ ਤੋਂ ਅੱਖ ਨਹੀਂ ਆਪਣੀ ਲਾ ਲਈ। And it became poisonous. ਉਹ ਫਿਰ ਮਤਲਬ ਜ਼ਹਿਰੀਲਾ ਸੱਪ ਬਣ ਗਿਆ। They were ones who were comparing, complaining and missing the point. ਉਹ ਜਿਹੜੇ ਬਿਲਕੁਲ ਉਹ ਬੇਸਮਝੇ ਹੋ ਗਏ ਔਰ ਜਿਹੜੀ ਗੱਲ ਯਿਸੂ ਮਸੀਹ ਦੱਸਦਾ ਸੀ ਉਹਨੂੰ ਉਲਟ ਲੈਂਦੇ ਸੀ। Can you see what I mean by those snakes? ਤੁਸੀਂ ਸਮਝਦੇ ਮੇਰਾ ਮਤਲਬ ਕੀ ਕਹਿੰਦਾ? ਜਿਹੜੇ ਸੱਪ ਆ, We need to be careful lest we drift into something very similar to what they did. ਸਾਨੂੰ ਬੜੇ ਹੁਸ਼ਿਆਰ ਰਹਿਣ ਦੀ ਲੋੜ ਆ, ਇਦਾਂ ਨਾ ਹੋਵੇ ਅਸੀਂ ਵੀ ਹੌਲੀ ਹੌਲੀ ਇਦਾਂ ਕਰਾਹੇ ਪੈ ਜਾਈਏ। So these are the Pharisees, a religious group. ਇਹ ਫਰੀਸੀ ਜਿਹੜੇ ਇੱਕ ਧਰਮ ਦੇ ਲੋਕ ਸੀ। And now they come in verse 18. ਹੁਣ 18ਵੀਂ ਆਇਤ ਦੇ ਵਿੱਚ ਇਹ ਫੇਰ ਆਏ ਆ ਇੱਥੇ। And they come with another controversy, ਇੱਕ ਹੋਰ ਇਹ ਸਮੱਸਿਆ ਲੈ ਕੇ ਆਏ ਆ, a complaint. ਇੱਕ ਹੋਰ ਬੜਬੜਾਉਂਦੇ ਇੱਥੇ। And this time they come with some backup. ਹੁਣ ਇਹ ਮਤਲਬ ਉਹ ਆਪਣੀ ਨਾਲ ਸਬੂਤ ਲੈ ਕੇ ਆਉਂਦੇ ਆ। They bring the disciples of John the Baptist. ਉਹ ਯਹੋਨਾ ਬਪਤਿਸਮ ਦੇਣ ਵਾਲੇ ਦਾ ਜਿਹੜੇ ਚੇਲੇ ਸੀ ਉਹਨਾਂ ਨੂੰ ਵੀ ਨਾਲ ਜੋੜਦੇ ਆ। And they come to put Jesus down to expose him. ਹੁਣ ਉਹ ਯਿਸੂ ਮਸੀਹ ਨੂੰ ਫੇਰ ਨੀਵਾਂ ਕਰਨਾ ਚਾਹੁੰਦੇ ਆ ਤੇ ਉਹਨੂੰ ਨੰਗਾ ਕਰਨਾ ਚਾਹੁੰਦੇ ਆ। And you know what we find in this reading that we've read this morning is this. ਔਰ ਜਿਹੜੀ ਪੜ੍ਹਾਈ ਅਸੀਂ ਅੱਜ ਸਵੇਰ ਪੜ੍ਹੀ ਆ ਇਹਦੇ ਵਿੱਚ ਸਾਨੂੰ ਇਹ ਗੱਲ ਮਿਲਦੀ ਆ। What Jesus' responses to their question, ਯਿਸੂ ਮਸੀਹ ਜੋ ਉਹਨਾਂ ਦੇ ਸਵਾਲ ਆ ਜਿਹੜੇ ਉਹਨਾਂ ਨੂੰ ਜਵਾਬ ਦਿੰਦਾ, and then he gives two parables. ਫਿਰ ਦੋ ਉਹਨਾਂ ਨੂੰ ਨਾਲ ਡਿਸਟਾਂਟ ਵੀ ਦੱਸਦਾ ਹੈ। And there's three things that we will consider this morning. ਤਿੰਨ ਗੱਲਾਂ ਅੱਜ ਸਵੇਰ ਅਸੀਂ ਦੇਖਾਂਗੇ। The first is that Jesus, he brings about change. ਪਹਿਲੀ ਗੱਲ ਦੇਖਾਂਗੇ ਯਿਸੂ ਮਸੀਹ ਜੋ ਉਹ ਤਬਦੀਲ ਕਰਦਾ, ਬਦਲਦਾ ਆ। The second thing is that Jesus' way is incompatible. ਔਰ ਯਿਸੂ ਮਸੀਹ ਦਾ ਜਿਹੜਾ ਤਰੀਕਾ ਆ ਉਹ ਹੋਰ ਕਿਸੇ ਦਾ ਤਰੀਕਾ ਨਹੀਂ। And the third is, how does this apply to us? What can we learn from this? ਤੀਸਰੀ ਗੱਲ ਹੈ ਇਹ ਸਾਡੇ ਨਾਲ ਕੀ ਸੰਬੰਧ ਆ, ਅਸੀਂ ਕੀ ਇਹਦੇ ਚੋਂ ਸਿੱਖ ਸਕਦੇ ਹਾਂ। So let's go back to the passage, and the first point is Jesus brings change. ਆਓ ਅਸੀਂ ਫਿਰ ਆਪਣਾ ਹਿੱਸਾ ਜਿਹੜਾ ਪੜ੍ਹਿਆ ਵਾ ਉਹਦੇ ਨਾਲ ਮੁੜੀਏ। ਪਹਿਲੀ ਗੱਲ ਹੈ ਯਿਸੂ ਮਸੀਹ ਤਬਦੀਲ ਕਰਦਾ, ਉਹ ਬਦਲਦਾ ਚੀਜ਼ਾਂ ਨੂੰ। And earlier on we know, before the passage we read, that Jesus had been feasting in the house of Matthew Levi. ਅਸੀਂ ਦੇਖਿਆ ਯਿਸੂ ਮਸੀਹ ਮਤੀ ਲੇਵੀ ਜਿਹੜਾ ਸੀ ਉਹਦੇ ਘਰ ਦੇ ਵਿੱਚ ਉਹ ਖਾਣਾ ਖਾ ਰਿਹਾ ਆ। And I'm wondering whether or not it's because of that the Pharisees and the followers of John the Baptist come and ask him about fasting. ਔਰ ਸ਼ਾਇਦ ਇਦਾਂ ਲੱਗਦਾ ਵੀ ਉਹ ਕਿਉਂਕਿ ਉਹਨਾਂ ਦੇ ਮਤੀ ਲੇਵੀ ਦੇ ਘਰ ਖਾਣਾ ਖਾਂਦਾ ਸੀ ਤੇ ਯਹੋਨਾ ਬਪਤਿਸਮ ਦੇਣ ਵਾਲੇ ਦੇ ਚੇਲੇ ਔਰ ਇਹ ਫਰੀਸੀ ਇਕੱਠੇ ਹੋ ਕੇ ਇਹ ਹੁਣ ਇਹ ਪੁੱਛੇ ਵਰਤ ਦੇ ਬਾਰੇ ਗੱਲਾਂ ਕਰ ਰਹੇ ਆ। Luke, who writes something very similar to Mark, he makes that link that why are you eating and drinking? Why aren't you fasting? ਔਰ ਲੂਕਾ ਵੀ ਇਹਦੇ ਨਾਲ ਗੱਲ ਜੋੜਦਾ ਆ। ਉਹ ਕਹਿ ਰਿਹਾ ਵੀ ਕਾਹਤੇ ਨਹੀਂ ਤੁਸੀਂ ਕਾਹਤੇ ਖਾ ਰਹੇ, ਕਾਹਤੇ ਤੁਸੀਂ ਵਰਤ ਨਹੀਂ ਰੱਖ ਰਹੇ। So the way that this question comes is controversial. It's about putting themselves in the better light. ਸੋ ਇਹ ਜੋ ਸਵਾਲ ਉਹ ਪੁੱਛਦੇ ਉਹ ਆਪਣੇ ਆਪ ਨੂੰ ਉੱਚਾ ਸਮਝ ਕੇ ਸਵਾਲ ਇਹ ਉਠਾਉਂਦੇ ਆ। They're attempting to get people to approve them, to like them. ਤੇ ਇਹ ਸਵਾਲ ਪੁੱਛਣਾ ਵੀ ਲੋਕੀ ਦੂਸਰੇ ਸਾਨੂੰ ਪਸੰਦ ਕਰਨ ਔਰ ਸਾਨੂੰ ਉੱਚਾ ਸਮਝਣ। You know, look at us. ਸਾਡੇ ਵੱਲ ਦੇਖੋ, Look how religious we are. ਅਸੀਂ ਦੇਖੋ ਕਿੰਨੇ ਧਰਮੀ ਆ। But look at him, ਪਰ ਇਹਦੇ ਵੱਲ ਦੇਖੋ Jesus, ਯਿਸੂ ਮਸੀਹ, his followers. ਉਹਦੇ ਚੇਲੇ ਜਿਹੜੇ ਆ They're feasting, they're eating, they're drinking. ਉਹ ਖਾ ਪੀ ਰਹੇ ਆ। ਉਹ Surely their behavior shows he's fake. ਉਹ ਇਹਨਾਂ ਦਾ ਜੋ ਇਹ ਬਿਹੇਵੀਅਰ ਹੈ ਇੱਥੋਂ ਦਿਖਾਉਂਦਾ ਵੀ ਇਹ ਨਕਲੀ ਆ। So let's just consider, they brought about a question about fasting. Well, let's consider their fast. ਆਓ ਅਸੀਂ ਦੇਖੀਏ ਇਹਨਾਂ ਨੇ ਸਵਾਲ ਇਹ ਵਰਤ ਰੱਖਣ ਦੇ ਉੱਤੇ ਉਠਾਇਆ। ਆਓ ਅਸੀਂ ਇਹਨਾਂ ਦਾ ਜਿਹੜਾ ਵਰਤ ਆ ਉਹਦੇ ਵੱਲ ਦੇਖੀਏ।
Now, you know, the Pharisees, they fasted twice a week, ਫਰੀਸੀ ਆਮ ਤੌਰ ਤੇ 2 ਵਾਰੀ ਵਰਤ ਹਫਤੇ ਵਿੱਚ ਰੱਖਦੇ ਆ, on a Monday and a Thursday. ਉਹ ਮੰਡੇ ਤੇ ਥਰਸਡੇ ਨੂੰ। They did more than what the Old Testament had commanded. ਉਹ ਜੋ ਪੁਰਾਣਾ ਨਿਯਮਾਂ ਉਹਨਾਂ ਤੋਂ ਮੰਗ ਕਰਦਾ ਉਦੋਂ ਵੀ ਜ਼ਿਆਦਾ ਉਹ ਕਰਦੇ ਸੀ। You know, in the Old Testament, the main command for fasting was on the Day of Atonement, which was once a year. ਔਰ ਜਿਹੜਾ ਵਰਤ ਦਾ ਰੱਖਣ ਦਾ ਉਹ ਜਿਹੜਾ ਸੀ ਉਹ ਇੱਕ ਦਿਨ ਸੀ ਜਿਹੜਾ ਜਿੱਦਣ ਉਹ ਆਪਣੇ ਪਾਪਾਂ ਦੀ ਮਾਫੀ ਦੇ ਠਹਿਰਾਇਆ ਹੋਇਆ ਸੀ। But true to their religion, they always want to do more. They've got a point to prove. ਕਿਉਂਕਿ ਉਹ ਆਪਣੇ ਮਜ਼ਹਬ ਦੇ ਵਿੱਚ ਬੜੇ ਧਰਮੀ ਆਪਣੇ ਆਪ ਨੂੰ ਉਹ ਦਿਖਾਉਣਾ ਚਾਹੁੰਦੇ ਆ, ਉਹ ਜੋ ਮੰਗ ਕੀਤੀ ਜਾਂਦੀ ਉਹ ਤੋਂ ਵੀ ਜ਼ਿਆਦਾ ਕਰਦੇ ਸੀ। And when they fast, it's very outwardly evident that they're fasting. ਔਰ ਜਦੋਂ ਉਹ ਵਰਤ ਰੱਖਦੇ ਆ ਉਹ ਦਿਖਾਈ ਦਿੰਦਾ ਇੱਦਾਂ ਵੀ ਉਹ ਬਾਹਰੋਂ ਦਿਖਾਵੇ ਵਾਸਤੇ ਵਰਤ ਰੱਖਦੇ ਆ। You know, they would look like they were mourning. You can actually tell they're fasting today. ਉਹ ਇੱਦਾਂ ਲੱਗਦੇ ਜਦੋਂ ਉਹ ਵਰਤ ਰੱਖਦੇ ਵੀ ਜਿੱਦਾਂ ਅਫਸੋਸ ਦੇ ਵਿੱਚ ਹੁੰਦੇ ਆ, ਪਤਾ ਲੱਗ ਜਾਂਦਾ ਵੀ ਇਹਨਾਂ ਦਾ ਅੱਜ ਵਰਤ ਆ। And it all looked religious and it all looked good. ਔਰ ਬਾਹਰੋਂ ਦੇਖਣ ਨੂੰ ਇਹ ਬੜਾ ਇਹ ਧਰਮ ਦੇ ਲੱਗਦਾ ਸੀ, ਧਰਮੀ ਆ ਤੇ ਚੰਗਾ ਲੱਗਦਾ ਸੀ ਦੇਖਣ ਨੂੰ। And they were just trying to make all these works stack up, like getting a credit with God. God, look how good we are. You've got to believe in us. We're really good people. ਔਰ ਇਹ ਕੰਮ ਸਾਰਾ ਕੰਨ ਦੇ ਨਾਲ ਪਰਮੇਸ਼ਵਰ ਦੇ ਅੱਗੇ ਉਹ ਦਿਖਾਉਂਦੇ ਸੀ, ਦੇਖ ਪਰਮੇਸ਼ਵਰ ਅਸੀਂ ਕਿੰਨੇ ਚੰਗੇ ਆ, ਅਸੀਂ ਕਿੰਨੇ ਚੰਗੇ ਕੰਮ ਕਰਦੇ, ਸਾਡੇ ਚੰਗੇ ਕੰਮ ਜਿਹੜੇ ਆ ਉਹ ਵੱਧਦੇ ਜਾ ਰਹੇ ਆ, ਤੈਨੂੰ ਪਰਮੇਸ਼ਵਰ ਸਾਡੇ ਵੱਲ ਧਿਆਨ ਲਾਉਣ ਦੀ ਲੋੜ ਆ। You know, how do I know this? Well, in Luke chapter 18, when Jesus speaks of a prayer of a Pharisee and a tax collector, the Pharisee points out all the good works he was doing. He said, I fast twice a week. ਇਹ ਕਾਹਤੇ ਗੱਲਾਂ ਮੈਂ ਕਹਿ ਰਿਹਾ ਕਰਕੇ ਲੂਕਾ ਦੀ ਇੰਜੀਲ 18 ਬਾਬ ਦੇ ਵਿੱਚ ਇੱਕ ਫਰੀਸੀ ਤੇ ਇੱਕ ਮਸੂਲੀਆ ਪ੍ਰਾਰਥਨਾ ਕਰਨ ਜਾਂਦੇ ਤੇ ਜਿਹੜਾ ਫਰੀਸੀ ਆ ਆਪਣੀ ਪ੍ਰਾਰਥਨਾ ਦੇ ਵਿੱਚ ਉਹ ਕਹਿ ਰਿਹਾ ਪਰਮੇਸ਼ਵਰ ਮੈਂ 2 ਵਾਰੀ ਹਫ਼ਤੇ ਵਿੱਚ ਵਰਤ ਰੱਖਦਾ ਹਾਂ। Now, Jesus exposed how we viewed their fasting. ਸੋ ਯਿਸੂ ਮਸੀਹ ਜੋ ਉਹਨਾਂ ਦਾ ਵਰਤ ਰੱਖਣ ਦਾ ਮਤਲਬ ਸੀ ਉਹ ਉਹਨਾਂ ਦਾ ਉਹ ਦਿਖਾਉਂਦਾ ਹੈ ਵੀ ਇਹਨਾਂ ਦਾ ਮਤਲਬ ਕੀ ਸੀ ਵਰਤ ਰੱਖਣ ਦਾ। If you turn in your Bibles to Matthew chapter 6 and verse 16, we read what Jesus says there. ਮਤੀ 6:16 ਅਸੀਂ ਜੇ ਦੇਖੀਏ ਤੇ ਅਸੀਂ ਦੇਖਦੇ ਯਿਸੂ ਮਸੀਹ ਉੱਥੇ ਕੀ ਕਹਿ ਰਿਹਾ। Moreover, when you fast, do not be like the hypocrites with a sad countenance, for they disfigure their faces, that they may appear to men to be fasting. Assuredly, I say to you, they have their reward. ਔਰ ਯਿਸੂ ਮਸੀਹ ਕਹਿ ਰਿਹਾ ਜੇ ਤੁਸੀਂ ਜਦੋਂ ਵਰਤ ਇਹਨਾਂ ਵਾਂਗੂ ਨਹੀਂ ਜਿਹੜੇ ਫਰੀਸੀ ਆ, ਕਿਉਂਕਿ ਉਹ ਆਪਣਾ ਉਹ ਆਪਣੇ ਆਪ ਨੂੰ ਉਹ ਨਿਰਾਸ਼ ਜਿਹਾ ਦਿਖਾਉਂਦੇ ਆ ਤੇ ਉਹ ਆਪਣਾ ਜਿਹੜਾ ਵੀ ਉਹ ਵਰਤ ਰੱਖਣ ਦਾ ਉਹਨਾਂ ਦਾ ਕੋਈ ਮਤਲਬ ਨਹੀਂ ਔਰ ਉਹਨਾਂ ਨੂੰ ਇਨਾਮ ਇਹਦਾ ਮਿਲ ਜਾਣਾ ਹੈ। But verse 17, but you, when you fast, anoint your head and wash your face. ਪਰ 17 ਲਿਖਿਆ ਜੇ ਤੁਸੀਂ ਵਰਤ ਰੱਖਦੇ ਆ ਆਪਣਾ ਮੂੰਹ ਧੋਵੋ, ਆਪਣੇ ਸਿਰ ਤੇ ਤੇਲ ਲਾਵੋ। And verse 18, so that you do not appear to men to be fasting, but to your Father who is in the secret place, that your Father who sees in secret will reward you openly. ਤਾਂ ਕਿ ਦੂਸਰਿਆਂ ਨੂੰ ਦੇਖਣ ਨੂੰ ਨਾ ਲੱਗੇ ਵੀ ਤੁਸੀਂ ਵਰਤ ਰੱਖਦੇ ਆ, ਤੁਹਾਡਾ ਵਰਤ ਗੁਪਤ ਵਿੱਚ ਹੋਣਾ ਚਾਹੀਦਾ ਔਰ ਗੁਪਤ ਦੇ ਵਿੱਚ ਤੁਹਾਡਾ ਸਵਰਗੀ ਬਾਪ ਤੁਹਾਨੂੰ ਦਿਖਦਾ, ਉਹ ਖੁੱਲਮ ਤੁਹਾਨੂੰ ਉਹਦਾ ਇਨਾਮ ਦੇਵੇਗਾ। Jesus looked at their heart and knew that they had done this all incorrectly. ਔਰ ਯਿਸੂ ਮਸੀਹ ਉਹਨਾਂ ਦੇ ਦਿਲਾਂ ਨੂੰ ਜਾਣਦਾ ਹੋਇਆ ਦੇਖਦਾ ਇਹ ਜਿਹੜਾ ਕੰਮ ਕਰ ਰਹੇ ਸਾਰਾ ਇਹ ਇਹਨਾਂ ਦਾ ਗਲਤ ਹੈ ਕੰਮ। He went away from their outward show to the heart of doing things right before the Father. ਉਹ ਯਿਸੂ ਮਸੀਹ ਉਹਨਾਂ ਦਾ ਬਾਹਰੋਂ ਦਿਖਾਵੇ ਦੀ ਗੱਲ ਜਿਹੜੀ ਸੀ ਸਵਾਏ ਉਹਨਾਂ ਦੇ ਦਿਲ ਦੇ ਅੰਦਰ ਗਿਆ ਵੀ ਤੁਹਾਨੂੰ ਇਸ ਤਰੀਕੇ ਨਾਲ ਕੰਮ ਕਰਨ ਦੀ ਲੋੜ ਆ। Because Jesus knows the Father and he knows exactly what the requirements of the Father are. So he is making it known here in Matthew. ਸੋ ਯਿਸੂ ਮਸੀਹ ਪਿਤਾ ਪਰਮੇਸ਼ਰ ਨੂੰ ਜਾਣਦਾ, ਉਹਦੇ ਦਿਲ ਨੂੰ ਜਾਣਦਾ ਔਰ ਉਹਦੀਆਂ ਜਿਹੜੇ ਕੰਮ ਸਹੀ ਆ ਉਹਨਾਂ ਨੂੰ ਜਾਣਦਾ ਹੈ ਤੇ ਇੱਥੇ ਸਫਾਈ ਨਾਲ ਉਹਨਾਂ ਨੂੰ ਦਿਖਾਉਂਦਾ ਹੈ। Jesus is bringing about a reality check. ਯਿਸੂ ਮਸੀਹ ਇੱਕ ਸੱਚਾਈ ਤੇ ਹਕੀਕਤ ਉਹਨਾਂ ਦੇ ਪੇਸ਼ ਕਰਦਾ ਵੀ ਤੁਸੀਂ ਆਪਣੇ ਆਪ ਨੂੰ ਪਰਖੋ ਦੇਖੋ। He changes the way that people think. He changes the way people view religion. It's not an outward thing, it's of the heart. ਯਿਸੂ ਮਸੀਹ ਉਹ ਉਹਨਾਂ ਦੇ ਜੋ ਸੋਚ ਆ ਵਿਚਾਰ ਆ ਧਰਮ ਦੇ ਬਾਰੇ ਇਹ ਬਾਹਰਲਾ ਦਿਖਾਵਾ ਨਹੀਂ ਪਰ ਸਾਰੀ ਦਿਲ ਦੀ ਗੱਲ ਆ। Now the danger with religion is that you can follow it to the letter. ਖਤਰਾ ਇਹ ਆ ਧਰਮ ਦੇ ਵਿੱਚ ਅਸੀਂ ਪੂਰੇ ਦਾ ਪੂਰਾ ਉਹਨੂੰ ਮੰਨ ਸਕਦੇ ਹਾਂ ਜਿੱਦਾਂ ਲਿਖਿਆ। You can obey the rules and you can do all the rituals. ਔਰ ਜਿੰਨੇ ਵੀ ਉੱਥੇ ਹੁਕਮਨਾਮੇ ਆ ਉਹਨਾਂ ਨੂੰ ਪੂਰੇ ਕਰ ਸਕਦੇ ਹਾਂ, ਰੀਤ ਰਿਵਾਜ ਜਿਹੜੇ ਸਾਰੇ ਪੂਰੇ ਕਰ ਸਕਦੇ ਹਾਂ। And the thing is, it looks so good.
ਉਹ ਦੇਖਣ ਨੂੰ ਸਭ ਕੁਝ ਬਹੁਤ ਵਧੀਆ ਲੱਗਦਾ ਹੈ, but he can miss the very purpose. ਪਰ ਜਿਹੜਾ ਮਕਸਦ ਹੁੰਦਾ ਪਿੱਛੇ ਉਹਨੂੰ ਖੋ ਬੈਠੋਗੇ। It can become a cover up. ਉਹ ਇਦਾਂ ਹੋ ਸਕਦਾ ਵੀ ਬਾਹਰੋਂ ਦਿਖਾਵਾ ਹੀ ਹੋਵੇ। Let me explain something what Jesus said. ਮੈਂ ਤੁਹਾਨੂੰ ਸਮਝਾਉਂਦਾ ਯਿਸੂ ਮਸੀਹ ਨੇ ਕੀ ਕਿਹਾ ਸੀ। He said, you can keep the letter, but you can miss the spirit of the command. ਤੁਸੀਂ ਉਹ ਰੱਖ ਸਕਦੇ ਹੋ ਹੁਕਮ, ਪਰ ਜਿਹੜੀ ਆਤਮਾ ਪਿੱਛੇ ਆ ਹੁਕਮ ਕਰਦੀ ਉਹਨੂੰ ਤੁਸੀਂ ਖੋ ਬੈਠੋਗੇ। He said that you've heard it was said, do not commit adultery. ਉਹ ਕਹਿੰਦਾ ਮੈਂ ਤੁਸੀਂ ਸੁਣਿਆ ਬਈ ਜਨਾਹਕਾਰੀ ਨਾ ਕਰ। It's part of the 10 Commandments. ਇਹ 10 ਹੁਕਮਾਂ ਚੋਂ ਇੱਕ ਹੁਕਮ ਆ। And these Pharisees would be saying, yeah, I obey that. ਔਰ ਇਹ ਫਰੀਸੀ ਕਹਿੰਦੇ ਹਾਂ ਵੀ ਮੈਂ ਇਹ ਮੰਨਦਾ ਇਸ ਹੁਕਮ ਨੂੰ, I'm even ready to stone others who don't. ਔਰ ਮੈਂ ਇੱਥੇ ਤੱਕ ਵੀ ਤਿਆਰ ਹਾਂ ਜਿਹੜਾ ਇਸ ਹੁਕਮ ਨੂੰ ਨਹੀਂ ਮੰਨਦਾ ਮੈਂ ਉਹਨੂੰ ਪਥਰਾਓ ਕਰਨੇ ਨੂੰ ਤਿਆਰ It's ਹਾਂ। like a tick box. I've done that. I'm good. ਇਹ ਜਿਹਦਾ ਇੱਕ ਹੁੰਦਾ ਵੀ ਆਪਣੇ ਆਪ ਨੂੰ ਟਿਕ ਮਾਨੀ ਵੀ ਮੈਂ ਆਹ ਕੰਮ ਕਰਦਾ ਮੈਂ ਠੀਕ ਠਾਕ ਹਾਂ। But Jesus said, that's not enough. ਪਰ ਯਿਸੂ ਮਸੀਹ ਕਹਿੰਦਾ ਇਹ ਕੰਨ ਦੇ ਨਾਲ ਕਾਫੀ ਨਹੀਂ। That's what the letter says. Yes. ਇਹ ਹਾਂ ਇਹ ਹੁਕਮ ਆ ਕਹਿ ਰਿਹਾ ਹੁਕਮ, But he went even further. ਪਰ ਯਿਸੂ ਮਸੀਹ ਹੋਰ ਵੀ ਅੱਗੇ ਨੂੰ ਵੱਧਦਾ। He said, don't miss the purpose and the spirit of the command. ਕਹਿੰਦਾ ਜੋ ਮਕਸਦ ਆ ਜੋ ਆਤਮਾ ਦਾ ਪਿੱਛੇ ਗਵਾਈ ਉਹਨੂੰ ਨਾ ਖੋ ਬੈਠਿਓ। He said, don't even look at a woman to lust after her because that is like adultery. ਔਰ ਯਿਸੂ ਮਸੀਹ ਕਹਿੰਦਾ ਤੁਸੀਂ ਜੇ ਮਾੜੀ ਅੱਖ ਨਾਲ ਕਿਸੇ ਔਰਤ ਵੱਲ ਦੇਖਦੇ ਆ ਇਹ ਵੀ ਇੱਕ ਜਨਾਹਕਾਰੀ ਹੋ ਜਾਂਦੀ ਹੈ। Remain faithful with your eyes. ਆਪਣੀਆਂ ਅੱਖਾਂ ਦੇ ਨਾਲ ਵਫਾਦਾਰੀ ਕਰੋ। You can do one without the other. ਇੱਕ ਕੰਮ ਤੁਸੀਂ ਕਰ ਸਕਦੇ ਦੂਸਰੇ ਕੰਮ ਤੋਂ ਰਹਿ ਸਕਦੇ ਆ। Just following the rule without the spirit is what we call legalism. ਔਰ ਜੇ ਤੁਸੀਂ ਇੱਕ ਹੁਕਮ ਹੀ ਮੰਨਦੇ ਆ ਪਰ ਆਤਮਾ ਨੂੰ ਬਾਹਰ ਛੱਡਦੇ ਆ ਇਹ ਇੱਕ ਯਾਨੀ ਕਿ ਕਾਨੂੰਨੀ ਕਾਇਦਾ ਜਿੱਦਾਂ ਕਹਿੰਦੇ ਉਦਾਂ ਹੋ ਜਾਂਦੀ ਗੱਲ। And that was the fault of the Pharisees. ਇਹ ਫਰੀਸੀਆਂ ਦੀ ਇਹ ਗਲਤੀ ਸੀਗੀ। It was mechanical. ਇਹ ਕੰਮ ਜਿੱਦਾਂ ਆਪ ਜੋ ਕਰ ਰਹੇ ਸੀ ਉਹ ਆਪਣੇ ਆਪ ਨੂੰ ਨਾ ਸਹੀ ਲੱਗਦੇ ਸੀ। It was just like out of duty, but it had no love. It had no delight in God. ਪਰ ਉਹ ਕਰ ਰਹੇ ਸੀ ਜਿੱਦਾਂ ਉਹਨਾਂ ਨੂੰ ਵੀ ਇਹ ਕਰਨਾ ਪੈਣਾ ਹੈ, ਪਰ ਉਹ ਪਰਮੇਸ਼ਵਰ ਨੂੰ ਇਹ ਕੰਮ ਕਰਨ ਦੇ ਨਾਲ ਕੋਈ ਇਹਦੇ ਵਿੱਚ ਖੁਸ਼ੀ ਨਹੀਂ ਸੀ ਹੁੰਦੀ। Jesus brings about a change. ਯਿਸੂ ਮਸੀਹ ਤਬਦੀਲ ਕਰਦਾ ਹੈ। He exposes our hearts. ਯਿਸੂ ਮਸੀਹ ਸਾਡੇ ਦਿਲਾਂ ਨੂੰ ਨੰਗੇ ਕਰਦਾ ਹੈ। And he shows the right rule and the intention of God. ਯਿਸੂ ਮਸੀਹ ਸਹੀ ਜਿਹੜਾ ਹੈਗਾ ਆ ਹੁਕਮਨਾਮਾ ਔਰ ਪਰਮੇਸ਼ਵਰ ਦਾ ਦਿਲ ਦਾ ਇਰਾਦਾ ਜਿਹੜਾ ਉਹ ਦਿਖਾਉਂਦਾ ਹੈ। We need to be careful ਸਾਨੂੰ ਬੜੇ ਹੁਸ਼ਿਆਰ ਰਹਿਣ ਦੀ ਲੋੜ ਹੈ। that we don't take what is good ਇਦਾਂ ਨਾ ਹੋਵੇ ਅਸੀਂ ਜਿਹੜੀ ਚੰਗੀ ਗੱਲ ਹੈ ਉਹਨੂੰ ਲਈਏ and make it into something bad ਤਾਂ ਕਿ ਚੰਗੀ ਗੱਲ ਨੂੰ ਲੈ ਕੇ ਅਸੀਂ ਕੋਈ ਬੁਰੀ ਗੱਲ ਦੇ ਵਿੱਚ ਉਹਨੂੰ ਬਦਲ ਦਈਏ and it become poisonous. ਤਾਂ ਕਿ ਉਹ ਇੱਕ ਸੱਪ ਦੀ ਜ਼ਹਿਰ ਬਣ ਜਾਵੇ। Are we using religion to gloss over our problems? ਕਿ ਅਸੀਂ ਇਦਾਂ ਤਾਂ ਨਹੀਂ ਆਪਣੇ ਧਰਮ ਨੂੰ ਲੈ ਕੇ ਆਪਣੀਆਂ ਸਮੱਸਿਆ ਦੇ ਉੱਤੇ ਉਹ ਢੱਕ ਰਹੇ। Many people say that they're Christians. ਬਹੁਤ ਸਾਰੇ ਲੋਕ ਆਪਣੇ ਆਪ ਨੂੰ ਮਸੀਹੀ ਕਹਿੰਦੇ ਆ। When you do surveys and they tick a box to say, yes, I identify myself as a Christian. ਔਰ ਜਦੋਂ ਸਰਵੇ ਕੀਤੀ ਜਾਂਦੀ ਆ ਉਹਨੂੰ ਪੁੱਛਿਆ ਜਾਂਦਾ ਉਹ ਜਿਹੜੇ ਬਾਕਸ ਹੁੰਦੇ ਟਿਕ ਕਰ ਦਿੰਦੇ ਹਾਂ ਵੀ ਮੈਂ ਆ ਵੀ ਕੰਮ ਕਰਦਾ ਵੀ ਮੈਂ ਮਸੀਹੀ ਆ। I keep the 10 Commandments. ਮੈਂ 10 ਹੁਕਮ ਰੱਖਦਾ ਹਾਂ। Are we just trying to win God over? Are we just trying to appease God by all our effort and all the works that we do? ਔਰ ਅਸੀਂ ਆਪਣੇ ਚੰਗੇ ਕੰਮ ਕਰਨ ਦੇ ਨਾਲ ਦੇਖਦੇ ਵੀ ਪਰਮੇਸ਼ਰ ਨੂੰ ਜਿੱਤ ਲਈਏ ਆਪਣੇ ਲਈ। Is it just a performance and really you know inside of yourself you're struggling? ਔਰ ਜਾਂ ਅਸੀਂ ਬਾਹਰੋਂ ਦਿਖਾਵਾ ਹੀ ਆ ਸਾਰਾ ਪਰ ਅੰਦਰੋਂ ਸਾਨੂੰ ਪਤਾ ਵੀ ਅਸੀਂ ਉਹ ਹੈ ਨਹੀਂ ਜਿੱਥੇ ਸਾਨੂੰ ਹੋਣਾ ਚਾਹੀਦਾ। You know, Jesus looked at a religious man by the name of Nicodemus, a very religious man. ਔਰ ਯਿਸੂ ਮਸੀਹ ਨੇ ਇੱਕ ਬੜਾ ਧਰਮੀ ਪੁਰਖ ਨਿਕੋਡੇਮਸ ਉਹਦਾ ਨਾਂ ਸੀ, ਬੜਾ ਧਰਮੀ ਪੁਰਖ ਸੀ ਉਹ। And he knew that he was living a life in trying to perform before God. ਔਰ ਉਹ ਜਾਣਦਾ ਸੀ ਵੀ ਉਹ ਜੋ ਕਰ ਰਿਹਾ ਹੈ ਪਰਮੇਸ਼ਰ ਦੇ ਅੱਗੇ ਸਾਰਾ ਇਹ ਇੱਕ ਉਹਨੂੰ ਪੇਸ਼ ਕਰ ਰਿਹਾ ਨਾਟਕ ਤਰ੍ਹਾਂ। And he said to him, you need to be born again. ਯਿਸੂ ਮਸੀਹ ਨੇ ਉਹਨੂੰ ਕਿਹਾ ਨਿਕੋਡੇਮਸ ਤੈਨੂੰ ਨਵੇਂ ਸਿਰਿਓਂ ਜਨਮ ਲੈਣ ਦੀ ਲੋੜ ਆ। Because that what is of the flesh is flesh and what is of the spirit is spirit. ਕਿਉਂਕਿ ਜੋ ਕਹਿੰਦਾ ਸਰੀਰਕ ਆ ਉਹ ਸਰੀਰਕ ਆ, ਜੋ ਆਤਮਾ ਤੋਂ ਆ ਉਹ ਆਤਮਾ ਆ। You need a work from God happening in your life. ਉਹ ਕਹਿੰਦਾ ਤੈਨੂੰ ਪਰਮੇਸ਼ਵਰ ਦਾ ਕੰਮ ਜਿਹੜਾ ਤੇਰੇ ਜੀਵਨ ਦੇ ਵਿੱਚ ਉਹ ਪੂਰਾ ਹੋਣਾ ਚਾਹੀਦਾ। It needs to happen inside of you. ਇਹ ਅੰਦਰ ਦੀ ਗੱਲ ਹੋ ਰਹੀ, ਅੰਦਰੋਂ ਹੋਣਾ ਚਾਹੀਦਾ। And only the Lord Jesus Christ can bring about this change. ਸਿਰਫ ਪ੍ਰਭੂ ਯਿਸੂ ਮਸੀਹ ਇਹ ਸਿਰਫ ਜਿਹੜਾ ਉਹ ਇਹ ਸਾਨੂੰ
ਬਦਲ ਸਕਦਾ ਹੈ। And the good news is that he is honest enough to tell us this. ਔਰ ਖੁਸ਼ੀ ਦੀ ਖਬਰ ਇਹ ਆ ਪ੍ਰਭੂ ਯਿਸੂ ਮਸੀਹ ਪੂਰੇ ਦਾ ਪੂਰਾ ਇਮਾਨਦਾਰ ਆ, ਉਹ ਸਾਨੂੰ ਇਹ ਦੱਸਣ ਦੇ ਵਿੱਚ। And we must not get blinded by our religion and by our rituals of seeing what Jesus is really saying to us. ਔਰ ਇਦਾਂ ਨਾ ਹੋਵੇ ਅਸੀਂ ਅੰਨੇ ਹੋ ਜਾਈਏ ਆਪਣੇ ਧਰਮ ਦੇ ਵਿੱਚ ਔਰ ਆਪਣੇ ਰੀਤ ਰਿਵਾਜਾਂ ਦੇ ਵਿੱਚ, ਤੇ ਜੋ ਯਿਸੂ ਮਸੀਹ ਕਹਿੰਦਾ ਆ ਉਹ ਗੱਲ ਨੂੰ ਅਸੀਂ ਖੋ ਬੈਠੀਏ। Jesus wants us to engage with reality. ਯਿਸੂ ਮਸੀਹ ਚਾਹੁੰਦਾ ਅਸੀਂ ਸੱਚਾਈ ਦੇ ਵਿੱਚ ਰਹੀਏ। He brings us down to pick us up. ਉਹ ਸਾਨੂੰ ਨੀਵੇਂ ਕਰਦਾ ਆ ਤਾਂ ਕਿ ਉਹ ਸਾਨੂੰ ਚੱਕ ਸਕੇ। He brings real change. ਉਹ ਇੱਕ ਸਾਨੂੰ ਤਬਦੀਲ ਕਰ ਦਿੰਦਾ। Well, let's move on. ਆਓ ਅਸੀਂ ਅੱਗੇ ਨੂੰ ਵਧੀਏ। Now, Jesus sees the put down ਔਰ ਯਿਸੂ ਮਸੀਹ ਦੇਖਦਾ ਉਹ ਜਿਹੜੇ ਉਹਨੂੰ ਨੀਵਾਂ ਕਰਦੇ ਆ। about the fasting, and look how he responds to it in ਦੇਖੋ, verse 19. ਉਹ ਯਿਸੂ ਮਸੀਹ ਉਹਨਾਂ ਨੂੰ 19ਵੀਂ ਆਇਤ ਦੇ ਵਿੱਚ ਉਹਨਾਂ ਦੇਖੋ ਜਵਾਬ ਕਿਦਾਂ ਦਿੰਦਾ। It's in a word picture. ਇਹ ਇੱਕ ਤਸਵੀਰ ਜਿੱਦਾਂ ਬਣਾਈ ਹੋਈ ਹੈ। He says this. He says in verse 19, chapter 2 of Mark, can the friends of the bridegroom fast while the bridegroom is with them? As long as they have the bridegroom with them, they cannot fast. ਉਹ 19ਵੀਂ ਵਿੱਚ ਕਹਿੰਦਾ ਕਹਿੰਦਾ ਜਿੰਨਾ ਚਿਰ ਲਾੜਾ ਜਨੇਤੀਆਂ ਦੇ ਨਾਲ ਆ ਕੀ ਉਹ ਵਰਤ ਰੱਖ ਸਕਦੇ ਆ, ਜਿੰਨਾ ਚਿਰ ਲਾੜਾ ਉਹਨਾਂ ਦੇ ਨਾਲ ਆ ਉਹ ਵਰਤ ਨਹੀਂ ਰੱਖ ਸਕਦੇ। What he's saying is this. ਉਹ ਇੱਕ ਗੱਲ ਕਹਿ ਰਿਹਾ, If you go to a wedding, ਜਦੋਂ ਤੁਸੀਂ ਕਿਸੇ ਸ਼ਾਦੀ ਤੇ ਜਾਂਦੇ ਆ you're expecting a party, ਔਰ ਉੱਥੇ ਪਾਰਟੀ ਤੈਨੂੰ ਪਤਾ ਹੋਣੀ a ਹੈ nice celebration. ਔਰ ਖੁਸ਼ੀ ਮਨਾਈ ਜਾਣੀ ਹੈ, You would not be expecting that on the day of the wedding they will be calling a fast. ਔਰ ਤੁਸੀਂ ਇਦਾਂ ਵੀ ਜਿੱਦਣ ਨੂੰ ਵਿਆਹ ਰੱਖਿਆ ਜਾਵੇ ਤੇ ਉੱਥੇ ਵੀ ਵਰਤ ਰੱਖਿਆ ਹੋਵੇ। It's not fitting for the occasion, is it? ਇਹ ਯਾਨੀ ਕਿ ਜੋ ਇਹ ਵਿਆਹ ਦੀ ਸ਼ਾਦੀ ਦੀ ਹੈਗੀ ਰਸਮ ਉਹਦੇ ਵਿੱਚ ਇਹ ਵਰਤ ਦਾ ਤਾਂ ਸਵਾਲ ਨਹੀਂ ਉੱਠਦਾ। You know, how often do you hear people come back after attending an Indian wedding and they will say, you know, we really ate well, we drank well. ਕਿੰਨੀ ਵਾਰੀ ਜਦੋਂ ਤੁਸੀਂ ਕਿਸੇ ਵਿਆਹ ਸ਼ਾਦੀ ਜਾਂਦੇ ਆ ਆਣ ਕੇ ਕਹਿੰਦੇ ਹਾਂ ਵੀ ਉੱਥੇ ਚੰਗਾ ਖਾਣਾ ਪੀਣਾ ਸੀ ਖਾਧਾ। Now, it's a time of celebration, isn't it? A wedding. ਔਰ ਸ਼ਾਦੀ ਦਾ ਜੋ ਦਿਨ ਹੁੰਦਾ ਉਹ ਇੱਕ ਖੁਸ਼ੀ ਦਾ ਦਿਨ ਹੁੰਦਾ। So why is Jesus saying this? ਸੋ ਯਿਸੂ ਮਸੀਹ ਕਾਹਤੇ ਇਦਾਂ ਕਹਿ ਰਿਹਾ? He points out two things to us. ਦੋ ਗੱਲਾਂ ਸਾਨੂੰ ਉਹ ਦੱਸਦਾ ਇੱਥੇ। The first thing, he makes reference to a bridegroom. ਪਹਿਲੀ ਗੱਲ ਉਹ ਲਾੜੇ ਦੀ ਗੱਲ ਕਰ ਰਿਹਾ। And he brings it into this wedding picture. ਸੋ ਉਹ ਲਾੜੇ ਦਾ ਉਹ ਸ਼ਾਦੀ ਦੇ ਲੈ ਕੇ ਆਉਂਦਾ ਤਸਵੀਰ ਵਿੱਚ। He has taken a term used in the Old Testament. ਇਹ ਪੁਰਾਣੇ ਅਧਿਨਿਯਮ ਦੇ ਵਿੱਚ ਜਿਹੜੀ ਗੱਲ ਹੋਈ ਉਹ ਗੱਲ ਨੂੰ ਲੈਂਦਾ ਯਿਸੂ ਮਸੀਹ। And it was used in a figurative sense about God. ਉਹ ਪਰਮੇਸ਼ਵਰ ਦੇ ਬਾਰੇ ਇਹ ਗੱਲ ਇੱਥੇ ਹੋ ਰਹੀ ਸੀ। You know, Isaiah chapter 54 verse 5, it says that God is like a husband to the nation. He's a bridegroom. ਔਰ ਯਸ਼ਾਇਆ 54:4 ਦੇ ਵਿੱਚ ਲਿਖਿਆ ਆ ਵੀ ਪਰਮੇਸ਼ਵਰ ਇੱਕ ਉਹ ਸਾਡਾ ਕਰਤਾ ਆ, ਉਸ ਇੱਕ ਜਿਹਦਾ ਲਾੜਾ ਆ ਉਹ। Now Jesus takes that term and he is saying, I'm the bridegroom. ਔਰ ਯਿਸੂ ਇਸ ਆਇਤ ਨੂੰ ਲੈਂਦਾ ਉਹ ਦੱਸਦਾ ਵੀ ਮੈਂ ਲਾੜਾ ਆ। He's making a profound statement. He said, I am the Messiah. ਉਹ ਕਹਿ ਰਿਹਾ ਵੀ ਮੈਂ ਮਸੀਹ ਆ। I'm God who has come as a man into this world. ਉਹ ਦੱਸ ਰਿਹਾ ਵੀ ਮੈਂ ਇਹ ਪਰਮੇਸ਼ਵਰ ਆ ਜਿਹੜਾ ਦੇਹ ਧਾਰੀ ਹੋ ਕੇ ਇਸ ਧਰਤੀ ਤੇ ਆਇਆ। I'm amongst you. ਮੈਂ ਤੁਹਾਡੇ ਦਰਮਿਆਨ ਆਇਆ। I'm the good news. ਖੁਸ਼ੀ ਦੀ ਖਬਰ ਆ ਮੈਂ। This is a time to celebrate. ਇਹ ਸਮਾਂ ਖੁਸ਼ੀ ਮਨਾਉਣ ਦਾ ਆ। Now John the Baptist's disciples, they are there. ਯਹੋਨਾ ਬਪਤਿਸਮ ਦੇਣ ਵਾਲੇ ਦੇ ਚੇਲੇ ਵੀ ਉੱਥੇ ਆ। Do you remember that John the Baptist also called Jesus the bridegroom? ਕਿ ਤੁਹਾਨੂੰ ਯਾਦ ਹੈ ਯਹੋਨਾ ਬਪਤਿਸਮ ਦੇਣ ਵਾਲੇ ਨੇ ਵੀ ਯਿਸੂ ਮਸੀਹ ਨੂੰ ਲਾੜਾ ਕਿਹਾ ਸੀ। He said, he must increase and I must decrease. ਕਹਿੰਦਾ ਉਹਨੂੰ ਵਧਣਾ ਯਿਸੂ ਮਸੀਹ ਵਧੇ ਤੇ ਮੈਂ ਕਹਿੰਦਾ ਘਟਾਂ। And maybe the disciples who come with the Pharisees, the disciples of John the Baptist, will hear this and remember that. ਔਰ ਸ਼ਾਇਦ ਇਹ ਯਹੋਨਾ ਬਪਤਿਸਮ ਦੇਣ ਵਾਲੇ ਚੇਲੇ ਫਰੀਸੀਆਂ ਦੇ ਨਾਲ ਆਏ ਇਹ ਗੱਲ ਨੂੰ ਸੁਣ ਕੇ ਉਹਨਾਂ ਨੂੰ ਯਹੋਨਾ ਬਪਤਿਸਮ ਵਾਲੀ ਦੀ ਗੱਲ ਯਾਦ ਆਵੇ। This is a time to celebrate. Like a wedding, it's not a time to fast. ਇਹ ਖੁਸ਼ੀ ਮਨਾਉਣ ਦਾ ਸਮਾਂ ਆ। ਇਹ ਜਿੱਦਾਂ ਸ਼ਾਦੀ ਦੇ ਸਮੇਂ ਤੇ ਖੁਸ਼ੀ ਮਨਾਈ ਜਾਂਦੀ ਉਦਾਂ ਇਹ ਵਰਤ ਰੱਖਣ ਦਾ ਸਮਾਂ ਨਹੀਂ। And this is the reason why Jesus' disciples are not fasting. ਇਹ ਇਸ ਕਾਰਨ ਯਿਸੂ ਮਸੀਹ ਦੇ ਚੇਲੇ ਨਹੀਂ ਵਰਤ ਰੱਖ ਰਹੇ। Because the good news is with them. It's a time to celebrate. ਕਿਉਂਕਿ ਖੁਸ਼ੀ ਦੀ ਖਬਰ ਉਹਨਾਂ ਦੇ ਨਾਲ ਆ।
ਖੁਸ਼ੀ ਮਨਾਉਣ ਦਾ ਸਮਾਂ ਆ And the Pharisees should do likewise. ਔਰ ਫਰੀਸੀਆਂ ਨੂੰ ਵੀ ਇਦਾਂ ਹੀ ਖੁਸ਼ੀ ਮਨਾਉਣੀ ਚਾਹੀਦੀ ਸੀ Their Messiah is with them. ਉਹਨਾਂ ਦਾ ਮੁਕਤੀ ਦਾਤਾ ਮਸੀਹ ਉਹਨਾਂ ਦੇ ਵਿੱਚ ਆ, ਉਹਨਾਂ ਦੇ ਨਾਲ ਆ The one they were commanded to fast for on the Day of Atonement has arrived. ਜਿਹਦੇ ਬਾਰੇ ਉਹ ਵਰਤ ਰੱਖਣ ਦੀ ਲੋੜ ਸੀ ਜਿਹੜਾ ਹੁਕਮ ਕੀਤਾ ਗਿਆ ਜਿਹਦੇ ਬਾਰੇ ਉਹ ਉਹਨਾਂ ਦੇ ਵਿੱਚ ਆ ਗਿਆ But they did not celebrate. ਪਰ ਉਹਨੇ ਖੁਸ਼ੀ ਨਹੀਂ ਮਨਾਈ Instead, he came to his own, and his own received him not. ਯਿਸੂ ਮਸੀਹ ਆਪਣਿਆਂ ਦੇ ਕੋਲ ਆਇਆ ਆਪਣਿਆਂ ਨੇ ਉਹਨੂੰ ਕਬੂਲ ਨਹੀਂ ਕੀਤਾ Just in case we get the idea that Jesus is against fasting, ਅਸੀਂ ਜੇ ਸੋਚਦੇ ਹਾਂ ਵੀ ਯਿਸੂ ਮਸੀਹ ਵਰਤ ਰੱਖਣ ਦੇ ਇਹ ਖਿਲਾਫ ਆ that Jesus is just talking about that there's a continuous celebration, that we just carry on eating and drinking. ਔਰ ਯਿਸੂ ਮਸੀਹ ਕਹਿ ਰਿਹਾ ਸਾਨੂੰ ਵਰਤ ਰੱਖਣ ਦੀ ਲੋੜ ਨਹੀਂ ਅਸੀਂ ਹਮੇਸ਼ਾ ਹੀ ਖੁਸ਼ੀ ਮਨਾਈ ਜਾਈਏ ਖਾਂਦੇ ਪੀਂਦੇ ਰਹੀਏ No, he mentions in verse 20 that the days will come when the bridegroom will be taken away from them and they will fast in those days. ਉਹ ਫਿਰ 20ਵੀਂ ਅੱਜ ਦੱਸਦਾ ਕਹਿੰਦਾ ਇੱਕ ਦਿਨ ਜਦੋਂ ਲਾੜਾ ਉਹਨਾਂ ਤੋਂ ਉਠਾਇਆ ਜਾਵੇਗਾ ਅੱਡ ਕੀਤਾ ਜਾਵੇਗਾ ਤੇ ਫਿਰ ਇਹ ਵਰਤ ਰੱਖਣਗੇ ਉਹਦੇ ਚੇਲੇ There is a time to fast. ਵਰਤ ਰੱਖਣ ਦਾ ਵੀ ਸਮਾਂ ਹੈ Jesus uses the word taken away. ਯਿਸੂ ਮਸੀਹ ਗੱਲ ਕਰਿਆ ਵੀ ਲਾੜਾ ਅੱਡ ਕੀਤਾ ਜਾਵੇਗਾ Does that mean when he dies upon a cross, when he is taken away? ਕਿ ਉਹਦਾ ਮਤਲਬ ਇਹ ਹੈ ਕਿ ਜਦੋਂ ਉਹ ਸਲੀਬ ਤੇ ਉਹਦੀ ਮੌਤ ਹੋਵੇਗੀ ਉਹ ਅੱਡ ਕੀਤਾ ਜਾਵੇਗਾ Does it mean when he goes back home to heaven, when he's taken away and he ascends? ਔਰ ਜੋ ਇਹਦਾ ਮਤਲਬ ਕੀ ਹੈ ਇਹ ਹੋ ਸਕਦਾ ਵੀ ਜਦੋਂ ਯਿਸੂ ਮਸੀਹ ਧਰਤੀ ਤੋਂ ਮੁਰਦਿਆਂ ਜੀ ਉਠਾਇਆ ਜਾਵੇਗਾ ਆਪਣੇ ਸਵਰਗ ਨੂੰ ਜਾਵੇਗਾ Whatever taken away may mean, Jesus is saying that there is a time to fast. ਇਹਦਾ ਕੋਈ ਵੀ ਮਤਲਬ ਹੋ ਸਕਦਾ ਪਰ ਯਿਸੂ ਮਸੀਹ ਕਹਿ ਰਿਹਾ ਇਹ ਸਮਾਂ ਵਰਤ ਰੱਖਣ ਦਾ ਵੀ ਆਵੇਗਾ And when you fast, do it in a secret place. Don't do it in an outward show. And your Father who sees it, he will reward you openly. ਔਰ ਜਦੋਂ ਸਮਾਂ ਵਰਤ ਰੱਖਣ ਦਾ ਆਵੇਗਾ ਉਹ ਕਹਿਣ ਦਾ ਮਤਲਬ ਇਹ ਹੈ ਵਰਤ ਰੱਖੋ ਪਰ ਗੁਪਤ ਦੇ ਵਿੱਚ ਰੱਖੋ ਦਿਖਾਵੇ ਵਾਸਤੇ ਨਹੀਂ ਕਿਉਂਕਿ ਜਿਹੜਾ ਸਾਡਾ ਪਰਮੇਸ਼ਵਰ ਆ ਗੁਪਤ ਦੇ ਵਿੱਚ ਆ ਉਹ ਦੇਖਦਾ ਤੇ ਤੁਹਾਨੂੰ ਖੁੱਲਮ ਉਹਦਾ ਇਨਾਮ ਦੇਵੇਗਾ And that same principle applies to all the other things we do, communion or baptism or any meeting. Let us make sure that whatever we do, we keep a focus upon the Lord Jesus Christ in that institution. ਸੋ ਇਹ ਗੱਲਾਂ ਸਾਰੀਆਂ ਬਾਕੀ ਗੱਲਾਂ ਦੇ ਨਾਲ ਸੰਬੰਧ ਰੱਖਦੀਆਂ ਚਾਹੇ ਅਸੀਂ ਇਬਾਦਤ ਕਰਦੇ ਹਾਂ ਬਪਤਿਜ਼ਮ ਲੈਂਦੇ ਹਾਂ ਪ੍ਰਭੂ ਯਿਸੂ ਪਿੱਛੇ ਚੱਲਦੇ ਹਾਂ ਅਸੀਂ ਇਹ ਗੱਲਾਂ ਦਿਲ ਦੇ ਅੰਦਰ ਰੱਖਦੇ ਹੋਏ ਵੀ ਅਸੀਂ ਉਹਦੇ ਵਾਸਤੇ ਇਹ ਸਾਰਾ ਕੁਝ ਉਹਦੇ ਲਈ ਕਰਨਾ ਹੈ There is a way of celebrating through those and delighting in the Lord Jesus Christ. ਇਹਨਾਂ ਦੇ ਵਿੱਚ ਦੀ ਖੁਸ਼ੀ ਮਨਾਉਣੀ ਔਰ ਪ੍ਰਭੂ ਯਿਸੂ ਮਸੀਹ ਤੇ ਖੁਸ਼ ਤੇ ਆਨੰਦ ਉਹਦੇ ਵਿੱਚ ਰਹਿਣ ਦਾ Jesus is bringing about a change. ਯਿਸੂ ਮਸੀਹ ਬਦਲ ਰਿਹਾ ਹੈ This is not about being external, showy religion. ਇਹ ਕੋਈ ਬਾਹਰ ਦੀ ਗੱਲ ਨਹੀਂ ਬਾਹਰੋਂ ਦਿਖਾਵਾ ਦੇਣਾ ਵੀ ਅਸੀਂ ਕਿੰਨੇ ਧਰਮੀ ਆ No, this is internal, this is real, and it's following the real purpose of God's word. ਇਹ ਇੱਕ ਹਕੀਕਤ ਆ ਸੱਚਾਈ ਆ ਇਹ ਅੰਦਰੋਂ ਆ ਇਹ ਪਰਮੇਸ਼ਰ ਦੇ ਮਕਸਦ ਨੂੰ ਪੂਰੀਆਂ ਕਰਨ ਵਾਸਤੇ ਆ And we cannot earn favor through the things that we do. ਅਸੀਂ ਇਹ ਨਹੀਂ ਬਈ ਅਸੀਂ ਕੰਮ ਚੰਗੇ ਕਰਨ ਦੇ ਨਾਲ ਪਰਮੇਸ਼ਰ ਦਾ ਪੱਖ ਨੂੰ ਕਮਾ ਸਕਦੇ ਹਾਂ But rather we rejoice in the one that God has sent, the Lord Jesus Christ. It is him who we celebrate because God has accepted us on the account of the Lord Jesus Christ. ਪਰ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਆ ਪ੍ਰਭੂ ਯਿਸੂ ਮਸੀਹ ਤੇ ਜਿਨ ਪਰਮੇਸ਼ਵਰ ਨੇ ਜਿਹਨੂੰ ਭੇਜਿਆ ਜਿਹਦੇ ਰਾਹੀਂ ਸਾਡੀ ਮੁਕਤੀ ਹੁੰਦੀ ਹੈ ਜਿਹਦੇ ਰਾਹੀਂ ਸਾਡਾ ਮੇਲ ਮਿਲਾਪ ਸਾਡੇ ਪਰਮੇਸ਼ਵਰ ਨਾਲ ਹੁੰਦਾ ਹੈ So there's a controversy about fasting and Jesus responds to the fasting. ਸੋ ਇੱਥੇ ਵਰਤ ਦੇ ਬਾਰੇ ਗੱਲਬਾਤ ਹੋ ਰਹੀ ਆ ਔਰ ਯਿਸੂ ਮਸੀਹ ਉਹਨਾਂ ਨੂੰ ਫਿਰ ਜਵਾਬ ਦਿੰਦਾ ਹੈ And his response is one that is bringing about real change. ਸੋ ਉਹਦਾ ਜਵਾਬ ਕੀ ਆ ਉਹ ਮਤਲਬ ਅਸਲੀ ਜਿਹੜਾ ਤਬਦੀਲ ਹੋਣਾ ਅਸਲੀ ਬਦਲਣਾ ਜਿਸ ਚੀਜ਼ ਨੂੰ Now the second thing we learn is that Jesus' way is incompatible. ਔਰ ਦੂਸਰੀ ਗੱਲ ਜਿਹੜੀ ਦੇਖਦੇ ਆ ਵੀ ਯਿਸੂ ਮਸੀਹ ਦਾ ਜਿਹੜਾ ਤਰੀਕਾ ਉਹਦਾ ਕੰਮ ਆ ਉਹ ਹੋਰ ਕੋਈ ਉਹਦੇ ਨਾਲ ਬਰਾਬਰ ਹੈ ਨਹੀਂ In verses 21 and 22, Jesus gives us two parables there. ਯਿਸੂ ਮਸੀਹ 20ਵੀਂ ਤੇ 21ਵੀਂ ਅਧਿਆਇ ਵਿੱਚ ਸਾਨੂੰ ਦੋ ਉੱਥੇ ਦ੍ਰਿਸ਼ਟਾਂਤ ਦਿਖਾਉਂਦਾ ਹੈ Now we're not going to go into the absolute detail of them, but we will touch them. ਅਸੀਂ ਸਾਰਾ ਇਹਦੀ ਗੰਭੀਰਤਾ ਇਹਨਾਂ ਤਾਂ ਨਹੀਂ ਦੇਖੂਗੇ ਪਰ ਅਸੀਂ ਥੋੜਾ ਦੇਖੂਗੇ ਦ੍ਰਿਸ਼ਟਾਂਤ ਦੇ ਬਾਰੇ There are many different interpretations on these parables. ਔਰ ਇਹ ਦੋ ਦ੍ਰਿਸ਼ਟਾਂਤ ਹੋਰ ਵੀ ਤਰਜਮੇ ਹੈਗੇ ਆ
but we're just going to take it within the setting where we find it. ਪਰ ਅਸੀਂ ਦੇਖਾਂਗੇ ਜਿਸ ਸੈਟਿੰਗ ਦੇ ਵਿੱਚ ਇਹ ਰੱਖਿਆ ਹੋਈ ਗੱਲ। Jesus is saying you cannot mix and match. ਯਿਸੂ ਮਸੀਹ ਕਹਿ ਰਿਹਾ ਚੀਜ਼ਾਂ ਨੂੰ ਤੁਸੀਂ ਲੈ ਕੇ ਇੱਕ ਦੂਜੇ ਨਾਲ ਮਿਲਾਵਟ ਨਹੀਂ ਕਰ ਸਕਦੇ। You cannot pour the new wine into the old wineskin. ਯਿਸੂ ਮਸੀਹ ਕਹਿ ਰਿਹਾ ਨਵੀਂ ਮੈਂ ਇਹ ਪੁਰਾਣੀਆਂ ਮਸਕਾਂ ਦੇ ਵਿੱਚ ਨਹੀਂ ਪਾ ਸਕਦੇ। What is he on about? ਇਹਦਾ ਕੀ ਮਤਲਬ ਲਿਆ? What is Jesus saying here? ਯਿਸੂ ਮਸੀਹ ਕੀ ਕਹਿ ਰਿਹਾ? Jesus is illustrating here that the Pharisees and their attitude and their ritual and all that they do is like a patch that does not work. ਔਰ ਯਿਸੂ ਮਸੀਹ ਕਹਿ ਰਹੇ ਜਿਹੜੇ ਫਰੀਸੀ ਆ ਔਰ ਉਹਨਾਂ ਦੇ ਜੋ ਇਹ ਰੀਤ ਰਿਵਾਜ ਆ ਜੋ ਉਹਨਾਂ ਦੇ ਧਰਮੀ ਕੰਮ ਆ ਇਹ ਲੈਂਦੇ ਆ ਇਹ ਮਿਲਾਉਂਦੇ ਆ ਇਹ ਕੰਮ ਪੂਰਾ ਨਹੀਂ ਹੋ ਸਕਦਾ। It makes things worse. ਇਹਦਾ ਨਾਲ ਚੀਜ਼ਾਂ ਹੋਰ ਵੀ ਜ਼ਿਆਦਾ ਸਮਾਂ ਬਰਬਾਦੀ ਤੇ ਖਰਾਬੀ ਪੈਦਾ ਕਰਦੀਆਂ। He speaks of an old wineskin, ਇਹ ਪੁਰਾਣੀ ਮਸਕ ਦੀ ਗੱਲ ਕਰ ਰਿਹਾ। and that old wineskin is cracked. ਉਹ ਪੁਰਾਣੀ ਮਸਕ ਜਿਹੜੀ ਆ ਉਹ ਜਿਹੜੀ ਤੇੜ ਆਈ ਹੋਈ ਆ। It cannot have new bubbly wine put in there because it will burst and it will leak. ਉਹ ਪੁਰਾਣਾ ਮਸਕ ਜਿਹੜਾ ਆ ਉਹਦੇ ਅੰਦਰ ਨਵੀਂ ਮੈਂ ਨਹੀਂ ਪਾ ਸਕਦੇ ਕਿਉਂਕਿ ਉਹ ਜਿਸ ਵੇਲੇ ਨਵੀਂ ਪਾਉਣੀ ਆ ਉਹ ਪਾਟ ਜਾਣੀ ਹੈ ਮਸਕ। Jesus is saying, look, his way of doing things is absolutely different from their way. They cannot contain it. It will burst. ਔਰ ਯਿਸੂ ਮਸੀਹ ਕਹਿ ਰਿਹਾ ਮੇਰਾ ਜਿਹੜਾ ਕੰਮ ਆ ਉਹ ਤੁਹਾਡੇ ਕੰਮਾਂ ਨਾਲੋਂ ਬਹੁਤ ਫਰਕ ਆ। ਉਹ ਪੂਰਾ ਤੁਸੀਂ ਪੂਰਾ ਨਹੀਂ ਕਰ ਸਕਦੇ। ਉਹ ਹੋਰ ਵੀ ਜ਼ਿਆਦਾ ਕੰਮ ਨੂੰ ਵਿਗੜ ਜਾਣਾ ਆ। The two cannot come together. ਦੋ ਗੱਲਾਂ ਇਹ ਰਲ ਨਹੀਂ ਸਕਦੀਆਂ। They are different. ਇਹ ਦੋਏ ਗੱਲਾਂ 'ਚ ਬਹੁਤ ਫਰਕ ਆ। You cannot mix them. ਤੁਸੀਂ ਇਹਨਾਂ ਨੂੰ ਮਿਲਾਵਟ ਨਹੀਂ ਕਰ The ਸਕਦੇ। Lord Jesus Christ is saying this. ਯਿਸੂ ਮਸੀਹ ਆਪ ਇੱਥੇ ਕਹਿ ਰਿਹਾ। And so when religious people say, oh, all religions are the same, Jesus is saying, no, they're not. ਔਰ ਜਦੋਂ ਦੂਸਰੀ ਦੁਨੀਆ ਦੇ ਲੋਕ ਧਰਮ ਕਹਿੰਦੇ ਸਾਰੇ ਧਰਮ ਇੱਕੋ ਜਿਹਾ ਹੀ ਆ ਉੱਥੇ ਹੀ ਜਾਂਦੇ ਆ ਪਰ ਯਿਸੂ ਮਸੀਹ ਕਹਿ ਰਿਹਾ ਨਹੀਂ ਇਦਾਂ ਨਹੀਂ ਹੈ। The way of these religious people that Jesus is looking at is hard. ਇਹ ਲੋਕ ਜਿਹੜੇ ਧਰਮੀ ਆਪਣੇ ਆਪ ਨੂੰ ਕਹਾਉਂਦੇ ਸੀ ਉਹਨਾਂ ਦਾ ਰਸਤਾ ਜਿਹੜਾ ਆ ਬੜਾ ਔਖਾ ਆ। It's heavy. ਉਹ ਭਾਰਾ ਆ। It's real loads of rules and laws and traditions. ਉਹ ਬੜੇ ਉਹ ਬੋਝ ਵਾਲਾ ਆ। ਉਹ ਬਹੁਤ ਸਾਰੇ ਉਹਨਾਂ ਦੇ ਮਜ਼ਬੀ ਧਰਮੀ ਕੰਮ ਕਰਕੇ ਉਹ ਆਪਣੇ ਆਪ ਨੂੰ ਪਰਮੇਸ਼ਰ ਨੂੰ ਖੁਸ਼ ਕਰਨਾ ਚਾਹੁੰਦੇ ਆ। But Jesus' way is the good news. ਪਰ ਯਿਸੂ ਮਸੀਹ ਦਾ ਜਿਹੜਾ ਰਸਤਾ ਉਹ ਖੁਸ਼ੀ ਦੀ ਖਬਰ ਆ। It's grace. ਉਹ ਕਿਰਪਾ ਆ। It's peace. ਉਹ ਇੱਕ ਸ਼ਾਂਤੀ ਆ। It's mercy. ਉਹਦੀ ਦਇਆ ਆ। It's forgiving. ਉਹ ਮਾਫੀ ਆ। It's loving. ਉਹ ਪਿਆਰ ਆ ਉਹਦੇ ਵਿੱਚ। It's incompatible. ਉਹ ਕਿਸੇ ਚੀਜ਼ ਨਾਲ ਮਿਲਾ ਹੀ ਨਹੀਂ ਸਕਦੇ ਉਹਨੂੰ। You know, the same, what we're saying here is true today. We see many religions and cults today. ਅੱਜ ਕੱਲ੍ਹ ਅਸੀਂ ਦੇਖਦੇ ਹਾਂ ਬਹੁਤ ਸਾਰੇ ਮਜ਼ਹਬ ਧਰਮ ਜਿਹੜੇ ਆ And they can look good and they use even the name of Jesus Christ. ਉਹ ਦੇਖਣ ਨੂੰ ਬਹੁਤ ਚੰਗੇ ਸੋਹਣੇ ਲੱਗਦੇ ਆ। ਇੱਥੇ ਤੱਕ ਵੀ ਉਹ ਪ੍ਰਭੂ ਯਿਸੂ ਮਸੀਹ ਦਾ ਨਾਂ ਵੀ ਹੋਏ ਪੰਥਕ ਹੀ ਹੈਗੇ ਆ ਜਿਹੜੇ ਵਰਤਦੇ ਆ ਲੈਂਦੇ ਆ। But Jesus is making it clear you do all that you do, your works, you're making your own efforts, but it's incompatible with my way. ਔਰ ਯਿਸੂ ਮਸੀਹ ਬੜੀ ਸਫਾਈ ਨਾਲ ਦੱਸ ਰਿਹਾ ਤੁਸੀਂ ਆਪਣੇ ਮਜ਼ਬੀ ਧਰਮੀ ਕੰਮ ਜਿਹੜੇ ਕਰਦੇ ਆ ਮੇਰੇ ਕੰਮਾਂ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ। You're the wrong type of cloth. You're the wrong type of wineskin. ਇਹ ਜਿਹੜਾ ਕੱਪੜਾ ਤੁਹਾਡਾ ਇਹ ਤੁਹਾਡਾ ਕੱਪੜਾ ਹੀ ਗਲਤ ਆ। ਤੁਹਾਡੀ ਜਿਹੜੀ ਉਹ ਸਾਰਾ ਤੁਹਾਡਾ ਗਲਤ ਆ। He's simply saying you're wrong. ਉਹ ਕਹਿ ਰਿਹਾ ਤੁਸੀਂ ਬਿਲਕੁਲ ਗਲਤ ਹੋ। You know, the Bible is pointing us to believe in Christ and Christ alone. ਔਰ ਬਾਈਬਲ ਸਾਨੂੰ ਸਿੱਖਿਆ ਦੇ ਰਿਹਾ ਬਈ ਸਾਡਾ ਨਿਚਾ ਮਸੀਹ ਯਿਸੂ ਤੇ ਹੋਣੀ ਚਾਹੀਦੀ ਹੈ ਸਿਰਫ ਉਹਦੇ ਵਿੱਚ ਹੀ ਹੋਣੀ ਚਾਹੀਦੀ ਹੈ। He does the work that we cannot do to be accepted before God. ਯਿਸੂ ਮਸੀਹ ਉਹ ਕੰਮ ਜਿਹੜਾ ਕਰਦਾ ਹੈ ਜਿਹਦੇ ਰਾਹੀਂ ਸਾਨੂੰ ਪਰਮੇਸ਼ਰ ਕਬੂਲ ਕਰਦਾ ਉਹ ਹੋਰ ਕੋਈ ਕੰਮ ਨਹੀਂ ਕਰ ਸਕਦਾ। And the Bible simply says, look away from yourself, look away and look outside of you. Look to Jesus. ਔਰ ਬਾਈਬਲ ਸਾਨੂੰ ਦੱਸਦਾ ਆਪਣੇ ਤੋਂ ਬਾਹਰ ਦੇਖੋ ਔਰ ਪ੍ਰਭੂ ਯਿਸੂ ਮਸੀਹ ਵੱਲ ਦੇਖੋ। There is no other name given under heaven by which you can be saved other than the name of Jesus. ਹੋਰ ਕੋਈ ਦੂਸਰਾ ਨਾਂ ਨਹੀਂ ਧਰਤੀ ਤੇ ਦਿੱਤਾ ਗਿਆ ਜਿੱਥੋਂ ਸਾਨੂੰ ਬਚਾਏ ਜਾਣਾ ਸੀ। His way is incompatible. ਯਿਸੂ ਮਸੀਹ ਦਾ ਜਿਹੜਾ ਰਸਤਾ ਆ ਉਹ ਹੋਰ ਰਸਤਿਆਂ ਦੇ ਨਾਲ ਨਹੀਂ ਮਿਲਦਾ। So we're learning that Jesus brings about change and his way is incompatible. ਔਰ ਅਸੀਂ ਦੇਖਿਆ ਪ੍ਰਭੂ ਯਿਸੂ ਮਸੀਹ ਤਬਦੀਲ ਕਰਦਾ ਬਦਲਦਾ ਔਰ ਉਹਦਾ ਤਰੀਕਾ ਜਿਹੜਾ ਆ ਹੋਰ ਕੋਈ ਉਹਦੇ ਨਾਲ ਮਿਲਾਵਟ ਮਿਲ ਨਹੀਂ ਸਕਦਾ। What do we learn from this? ਸੋ ਕਿਹੜੀ ਗੱਲ ਅਸੀਂ ਸਿੱਖਦੇ ਹਾਂ? Are we just performing to look good and have no real heart toward God? ਕਿ ਅਸੀਂ ਇਹ ਬਾਹਰੋਂ ਦਿਖਾ ਰਹੇ ਹਾਂ ਕਰ ਰਹੇ ਹਾਂ ਕੰਮ ਤੇ ਪਰ ਸਾਡਾ ਦਿਲ ਪਰਮੇਸ਼ਵਰ ਤੋਂ ਦੂਰ ਹੈ? Are we just fake? ਕੀ ਅਸੀਂ ਨਕਲੀ ਹਾਂ?
Have we started to mix things? ਕੀ ਅਸੀਂ ਚੀਜ਼ਾਂ ਦੀ ਮਿਲਾਵਟ ਕਰਨ ਲੱਗ ਪਏ ਹਾਂ? Maybe a bit of Jesus and a bit of the world. ਯਿਸੂ ਮਸੀਹ ਨੂੰ ਵੀ ਲੈਂਦੇ ਹਾਂ ਔਰ ਦੁਨੀਆ ਨੂੰ ਵੀ ਨਾਲ ਮਿਲਾਵਟ ਕਰਦੇ ਹਾਂ। A good snake becomes a bad snake, becomes a poisonous snake. ਚੰਗਾ ਸੱਪ ਉਹ ਬੁਰਾ ਸੱਪ ਬਣ ਕੇ ਫਿਰ ਉਹ ਇੱਕ ਜ਼ਹਿਰੀਲਾ ਸੱਪ ਬਣ ਜਾਂਦਾ। You can drift and lose your way. ਤੁਸੀਂ ਪ੍ਰਭੂ ਤੋਂ ਹੌਲੀ ਹੌਲੀ ਦੂਰ ਹੋ ਕੇ ਬਾਹਰ ਦੁਨੀਆ 'ਚ ਗਵਾ ਸਕਦੇ ਹਾਂ। Jesus brings change. ਯਿਸੂ ਮਸੀਹ ਤਬਦੀਲੀ ਲਿਆਉਂਦਾ। He's the good news from heaven. ਉਹ ਸਵਰਗੋਂ ਖੁਸ਼ੀ ਦੀ ਖਬਰ ਲੈ ਕੇ ਆਇਆ। We cannot get there, but he came to us. ਅਸੀਂ ਨਹੀਂ ਉੱਥੇ ਪਹੁੰਚ ਸਕਦੇ ਪਰ ਉਹ ਸਾਡੇ ਤੱਕ ਪਹੁੰਚਿਆ। He comes to give us the truth. ਉਹ ਆਇਆ ਤਾਂ ਕਿ ਸਾਨੂੰ ਸੱਚਾਈ ਦੇਵੇ। He wants us to come in the real spirit of what he said. ਔਰ ਉਹ ਚਾਹੁੰਦਾ ਅਸੀਂ ਉਸੇ ਸੱਚਾਈ ਦੀ ਆਤਮਾ ਦੇ ਵਿੱਚ ਜੋ ਕਹਿ ਰਿਹਾ ਉਹਦੇ ਵਿੱਚ ਅਸੀਂ ਉਹਦੇ ਕੋਲ ਆਈਏ। He said, we're sick and we have need of a physician. ਉਹ ਕਹਿੰਦਾ ਅਸੀਂ ਸਾਰੇ ਦੇ ਸਾਰੇ ਬਿਮਾਰ ਆ ਤੇ ਸਾਨੂੰ ਡਾਕਟਰ ਦੀ ਲੋੜ ਆ। He wants us to repent and believe. ਉਹ ਚਾਹੁੰਦਾ ਅਸੀਂ ਤੋਬਾ ਕਰੀਏ ਤੇ ਨੇਚਾ ਕਰੀਏ ਉਹਦੇ To ਤੇ। believe in the good news. ਔਰ ਅਸੀਂ ਖੁਸ਼ਖਬਰੀ ਤੇ ਨੇਚਾ ਕਰੀਏ। And he is the good news. It's believing in the Lord Jesus Christ. ਔਰ ਯਿਸੂ ਮਸੀਹ ਹੀ ਖੁਸ਼ਖਬਰੀ ਆ ਔਰ ਸਾਡੀ ਨੇਚਾ ਪ੍ਰਭੂ ਯਿਸੂ ਮਸੀਹ ਤੇ ਹੋਣੀ ਚਾਹੀਦੀ ਹੈ। We cannot mix and match, ਅਸੀਂ ਚੀਜ਼ਾਂ ਨੂੰ ਮਿਲਾਵਟ ਨਹੀਂ ਕਰ ਸਕਦੇ but we need to follow. ਪਰ ਸਾਨੂੰ ਉਹਦੇ ਪਿੱਛੇ ਪਿੱਛੇ ਜਾਣ ਦੀ That ਲੋੜ is what he commanded Matthew. He said, follow me. ਇਹੀ ਹੁਕਮ ਉਹਨੇ ਮਤੀ ਨੂੰ ਕੀਤਾ, ਮੇਰੇ ਪਿੱਛੇ ਪਿੱਛੇ ਆ ਕਹਿੰਦਾ। Believe and follow the Lord Jesus Christ. ਨੇਚਾ ਕਰ ਔਰ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਹੋ ਜਾ। He is meek and lowly in heart, ਉਹ ਦਿਲ ਦਾ ਗਰੀਬ ਹੈ। and he will do you no harm. ਉਹ ਤੇਰਾ ਕੋਈ ਵੀ ਤੇਰਾ ਨੁਕਸਾਨ ਨਹੀਂ ਕਰੇਗਾ। He showed his love. ਉਹਨੇ ਆਪਣਾ ਪਿਆਰ ਸਾਨੂੰ ਦਿਖਾਇਆ। He showed it by expressing it and demonstrating it upon a cross where he stretched out his hands and he died there for sinners. ਉਹਨੇ ਆਪਣਾ ਪਿਆਰ ਸਾਡੇ ਤੇ ਪ੍ਰਗਟ ਕੀਤਾ। ਉਹਨੇ ਸਲੀਬ ਤੇ ਆਪਣੇ ਹੱਥਾਂ ਪੈਰਾਂ 'ਚ ਕੱਲ ਠਕਾਏ ਤੇ ਉਹਦੀ ਮੌਤ ਉੱਥੇ ਹੋਈ ਕਿਉਂਕਿ ਸਾਨੂੰ ਉਹ ਪਿਆਰ ਕਰਦਾ ਸੀ। And we need to come to him. ਔਰ ਸਾਨੂੰ ਉਹਦੇ ਕੋਲ ਆਉਣ ਦੀ ਲੋੜ We ਹੈ। need to believe and join the greatest celebration. ਔਰ ਸਾਨੂੰ ਨੇਚਾ ਕਰਕੇ ਉੱਤੇ ਨੇਚਾ ਕਰਨੀ ਚਾਹੀਦੀ ਹੈ ਔਰ ਉਹ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ ਜਿਹੜੀ ਸਭ ਤੋਂ ਵੱਡੀ ਖੁਸ਼ੀ ਹੈ। Today is that day to do this. ਅੱਜ ਉਹ ਦਿਨ ਹੈ ਸਾਡੇ ਵਾਸਤੇ। In John 1 verse 11 and 12, it says, he came to his own received him not. ਯੋਹੰਨਾ 1:11 ਵਿੱਚ ਕਹਿੰਦਾ ਉਹ ਆਪਣਿਆਂ ਦੇ ਕੋਲ ਆਇਆ, ਆਪਣਿਆਂ ਨੂੰ ਨਹੀਂ ਕਬੂਲ ਕੀਤਾ। Yet as many as received him, to those who believed on his name, he gave them the right to become children of God. ਪਰ ਜਿਨ੍ਹਾਂ ਨੇ ਉਹਦੇ ਤੇ ਨੇਚਾ ਕੀਤੀ ਉਹਨੇ ਉਹਨਾਂ ਨੂੰ ਹੱਕ ਦਿੱਤਾ ਉਹ ਪਰਮੇਸ਼ਰ ਦੇ ਬੇਟੇ ਬੇਟੀਆਂ ਕਹਿਲਾਉਣ। This is the way that Jesus brings. ਇਹ ਪ੍ਰਭੂ ਯਿਸੂ ਮਸੀਹ ਦਾ ਇੱਕ ਰਸਤਾ ਹੈ। This is the way he brings. ਇਹ ਤਰੀਕਾ ਉਹ ਯਿਸੂ ਮਸੀਹ ਦਾ ਹੈ। This is the life he brings. ਇਹ ਜੀਵਨ ਜਿਹੜਾ ਉਹ ਲੈ ਕੇ ਆਉਂਦਾ ਸਾਡੇ। May God bless his word to us. ਪ੍ਰਭੂ ਆਪਣੇ ਵਚਨ ਤੇ ਬਰਕਤ ਦੇਵੇ ਅੱਜ। Amen. ਆਮੀਨ। ਅਸੀਂ ਪ੍ਰਾਰਥਨਾ ਕਰਾਂਗੇ। ਪਿਆਰੇ ਪ੍ਰਭੂ ਅਸੀਂ ਤੇਰਾ ਧੰਨਵਾਦ, ਤੇਰੀ ਵਡਿਆਈ, ਤੇਰੀ ਮਹਿਮਾ ਕਰਦੇ ਹਾਂ ਫਿਰ ਅੱਜ ਦੇ ਦਿਨ ਵਾਸਤੇ ਜੋ ਤੁਸੀਂ ਪ੍ਰਭੂ ਜੀ ਸਾਨੂੰ ਮੌਕਾ ਦਿੱਤਾ ਅਸੀਂ ਤੇਰੀ ਵਚਨ ਫਿਰ ਬਣ ਸਕੇ। ਪ੍ਰਭੂ ਜੀ ਸਾਡੀ ਪ੍ਰਾਰਥਨਾ ਪ੍ਰਭੂ ਜੀ ਸੁਣਨ ਵਾਲਿਆਂ ਤੇ ਦਇਆ ਕਿਰਪਾ ਕਰਨੀ ਔਰ ਇਸ ਵਚਨ ਨੂੰ ਪ੍ਰਭੂ ਜੀ ਸਮਝ ਲੈਣ, ਜਾਣ ਕਿਤੇ ਇੱਦਾਂ ਨਾ ਹੋਵੇ ਪ੍ਰਭੂ ਜਿੱਦਾਂ ਫਰੀਸੀ ਉਹ ਬੇਸਮਝੇ ਸੀ, ਉਹ ਸਮਝੇ ਨਹੀਂ ਔਰ ਲੋਕੀ ਪ੍ਰਭੂ ਜੀ ਸਫਾਈ ਨਾਲ ਇਸ ਵਚਨ ਨੂੰ ਸਮਝ ਕੇ ਤੇ ਤੇਰੇ ਪੁੱਤਰ ਯਿਸੂ ਮਸੀਹ ਤੋਂ ਆਪਣੀ ਮੁਕਤੀ ਦਾ ਦਾਨ ਲੈ ਸਕਣ ਔਰ ਤੇਰੇ ਬੇਟੇ ਬੇਟੀਆਂ ਬਣ ਸਕਣ। ਸਾਡੀ ਇਹ ਪ੍ਰਾਰਥਨਾ ਪ੍ਰਭੂ ਜੀ ਜਿੰਨੇ ਸੁਣ ਰਹੇ ਆ ਸਾਰਿਆਂ ਵਾਸਤੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ। Amen.